ਇੱਕ ਹੋਰ ਖਾਸ ਰਿਪੋਰਟ ਲੈ ਕੇ ਹਾਜ਼ਰ ਹਾਂ ਚੈਨਲ ਰਿਤੇਸ਼ ਲੱਖੀ ਅਨਪਲੱਗ ਦੇ ਉੱਤੇ ਤੇ ਅੱਜ ਦਾ ਸਾਡਾ ਗੱਲਬਾਤ ਦਾ ਵਿਸ਼ਾ ਮਹਿਲਾਵਾਂ ਦੀ ਸੁਰੱਖਿਆ ਤੇ ਮਹਿਲਾਵਾਂ ਦੇ ਖਿਲਾਫ ਦੇਸ਼ ਵਿੱਚ ਹੋ ਰਹੇ ਅਪਰਾਧ ਵੱਧ ਰਹੇ ਅਪਰਾਧ ਹੈਗੇ ਨੇ। ਇਸ ਮੁੱਦੇ ਨੂੰ ਕਿਸੇ ਇੱਕ ਜਨਰਲ ਟਰਮ ਦੇ ਵਿੱਚ ਨਹੀਂ ਚੁੱਕਿਆ ਗਿਆ ਹੈ ਬਲਕਿ ਬਹੁਤ ਹੀ ਸਪੈਸੀਫਿਕ ਜਾਂ ਖਾਸ ਵਿਸ਼ੇਸ਼ ਕੇਸ ਦੇ ਉੱਤੇ ਅੱਜ ਦੀ ਮੈਂ ਗੱਲਬਾਤ ਨੂੰ ਆਧਾਰਿਤ ਕਰਾਂਗਾ ਕਿਉਂਕਿ ਕਿਤੇ ਨਾ ਕਿਤੇ ਇਸ ਕੇਸ ਦੇ ਜ਼ਰੀਏ ਸਾਨੂੰ ਇਸ ਚੀਜ਼ ਦੀ ਸਮੀਖਿਆ ਕਰਨ ਦਾ ਮੌਕਾ ਮਿਲਦਾ ਹੈ ਕਿ ਸਾਡੇ ਦੇਸ਼ ਦੀ ਨਿਆਂਪਾਲਿਕਾ ਜਿਹੜੀ ਨਿਆਂ ਪ੍ਰਣਾਲੀ ਹੈਗੀ ਹੈ ਉਹ ਕਿਸੇ ਵੀ ਬਲਾਤਕਾਰ ਜਾਂ ਜਬਰ ਜਨਾਹ ਦੀ ਜਿਹੜੀ ਵਿਕਟਮ ਮਹਿਲਾ ਪੀੜਤਾ ਹੁੰਦੀ ਹੈ ਉਸ ਨੂੰ ਕਿੰਨੀ ਛੇਤੀ ਜਾਂ ਕਿੰਨੀ ਦੇਰੀ ਨਾਲ ਇਨਸਾਫ ਦਵਾ ਸਕਦਾ ਹੈ। ਇਸ ਵੀਡੀਓ ਵਿੱਚ ਮੈਂ ਗੱਲਬਾਤ ਦਾ ਕੇਂਦਰ ਰੱਖਣ ਵਾਲਾ ਹੈ ਈਸੇਵਾਲ ਲੁਧਿਆਣਾ ਦਿਹਾਤੀ ਦਾ ਉਹ ਪਿੰਡ ਜਿੱਥੇ ਕਿ ਜਬਰ ਜਨਾਹ ਬਲਾਤਕਾਰ ਦਾ ਇੱਕ ਐਸਾ ਸੰਗੀਨ ਮਾਮਲਾ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਹੋਇਆ ਸੀ। 9 ਫਰਵਰੀ 2019 ਦੀ ਉਹ ਘਟਨਾ ਜਿਸ ਨੇ ਪੂਰੇ ਇਲਾਕੇ ਦਾ ਨਹੀਂ ਬਲਕਿ ਪੂਰੇ ਪੰਜਾਬ ਦਾ ਸਰ ਝੁਕਾ ਦਿੱਤਾ ਸੀ, ਸਾਨੂੰ ਸਭ ਨੂੰ ਸ਼ਰਮਸਾਰ ਕੀਤਾ ਸੀ। ਇੱਕ 20 ਸਾਲ ਦੀ ਮਹਿਲਾ ਦੇ ਨਾਲ ਲੜਕੀ ਦੇ ਨਾਲ ਗੈਂਗਰੇਪ ਕੀਤਾ ਗਿਆ। 10 ਕੁੱਲ ਮੁਲਜ਼ਮ ਸਨ, ਅਕਿਊਜ਼ ਸਨ ਜਿਨ੍ਹਾਂ ਨੇ ਕਿ ਇਸ ਲੜਕੀ ਦੇ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਇਹ ਬਲਾਤਕਾਰ ਉਸ ਵਕਤ ਹੋਇਆ ਜਦੋਂ ਕਿ ਇਹ ਮਹਿਲਾ ਆਪਣੇ ਇੱਕ ਸਾਥੀ ਦੇ ਨਾਲ ਇੱਕ ਕਾਰ ਦੇ ਵਿੱਚ ਈਸੇਵਾਲ ਦੇ ਉਸ ਇਲਾਕੇ ਵਿੱਚ ਜਿੱਥੇ ਅਕਸਰ ਮੁੰਡੇ ਕੁੜੀਆਂ ਘੁੰਮਣ ਜਾਇਆ ਕਰਦੇ ਨੇ ਉੱਥੇ ਘੁੰਮ ਰਹੀ ਸੀ। ਉਸ ਵਕਤ ਇਹਨਾਂ ਦੀ ਕਾਰ ਨੂੰ ਰੋਕਿਆ ਗਿਆ। 3 ਲੋਕ ਮੋਟਰਸਾਈਕਲ ਤੇ ਆਏ, ਉਹਨਾਂ ਨੇ ਇਹਨਾਂ ਦੀ ਕਾਰ ਉੱਤੇ ਹਮਲਾ ਕੀਤਾ, ਲੜਕੇ ਨਾਲ ਕੁੱਟਮਾਰ ਕੀਤੀ। ਲੜਕੇ ਤੇ ਲੜਕੀ ਨੂੰ ਗੱਡੀ ਦੇ ਵਿੱਚ ਉਹਨਾਂ ਦੀ ਹੀ ਗੱਡੀ ਦੇ ਵਿੱਚ ਬੰਦਕ ਬਣਾਇਆ ਤੇ ਇੱਕ ਸੁਨਸਾਨ ਪਲਾਟ ਦੇ ਵਿੱਚ ਲੈ ਗਏ। ਉੱਥੇ ਫੋਨ ਕਰਕੇ ਇਹਨਾਂ ਮੁਲਜ਼ਮਾਂ ਨੇ ਕੁਝ ਹੋਰ ਅਕਿਊਜ਼ ਜਿਹੜੇ ਸਨ ਜਾਂ ਕੁਝ ਹੋਰ ਸ਼ਰਾਰਤੀ ਅਨਸਰ ਸਨ ਉਹਨਾਂ ਨੂੰ ਸੱਦਿਆ ਤੇ ਉਸ ਤੋਂ ਬਾਅਦ ਇਸ ਲੜਕੇ ਤੇ ਲੜਕੀ ਦੇ ਨਾਲ ਜੋ ਕੁਝ ਹੋਇਆ ਉਹ ਦੱਸਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲੜਕੀ ਦੇ ਨਾਲ ਇਸ ਪਲਾਟ ਦੇ ਵਿੱਚ ਲਗਾਤਾਰ ਕਈ ਲੋਕਾਂ ਨੇ ਬਲਾਤਕਾਰ ਕੀਤਾ ਤੇ ਇਸ ਦੀ ਵੀਡੀਓ ਫਿਲਮਿੰਗ ਕੀਤੀ, ਇਸ ਦੀਆਂ ਤਸਵੀਰਾਂ ਖਿੱਚੀਆਂ ਗਈਆਂ। ਇਸ ਨੂੰ ਤੜਪਦਿਆਂ ਹੋਇਆਂ, ਗਿੜਗੜਾਉਂਦਿਆਂ ਹੋਇਆਂ ਆਪਣੇ ਕੈਮਰਿਆਂ ਦੀਆਂ ਤਸਵੀਰਾਂ ਦੇ ਵਿੱਚ, ਆਪਣੇ ਮੋਬਾਈਲ ਕੈਮਰਿਆਂ ਦੇ ਵਿੱਚ ਇਹਨਾਂ ਅਕਿਊਜ਼ ਨੇ ਉਸ ਨੂੰ ਰਿਕਾਰਡ ਕੀਤਾ। ਇਸ ਲੜਕੀ ਤੇ ਇਸ ਦੇ ਸਾਥੀ ਨੌਜਵਾਨ ਨੂੰ ਇਹ ਲੋਕਾਂ ਨੇ ਮਾਰਿਆ ਕੁੱਟਿਆ ਵੀ। ਉਸ ਤੋਂ ਬਾਅਦ ਇਸ ਦੇ ਸਾਥੀ ਤੋਂ ਇੱਕ ਫਿਰੌਤੀ ਦੇ ਨਾਂ ਉੱਤੇ ਕੁਝ ਪੈਸੇ ਮੰਗੇ ਗਏ, ਇਹਨਾਂ ਦੀ ਘੜੀਆਂ ਖੋਲੀਆਂ ਗਈਆਂ ਤੇ ਇਸ ਲੜਕੀ ਦੇ ਸਾਥੀ ਨੇ ਆਪਣੇ ਇੱਕ ਦੋਸਤ ਨੂੰ ਮਦਦ ਲਈ ਫੋਨ ਵੀ ਕੀਤਾ ਜਿਸ ਨੇ ਪੁਲਿਸ ਦੀ ਪੈਟਰੋਲ ਨੂੰ ਇਸ ਦੀ ਜਾਣਕਾਰੀ ਦਿੱਤੀ। ਲੇਕਿਨ ਇਸ ਦੋਸਤ ਨੂੰ ਵੀ ਪੂਰੀ ਗੱਲਬਾਤ ਦਾ ਨਹੀਂ ਪਤਾ ਸੀ। ਪੁਲਿਸ ਨੇ ਉਸ ਇਲਾਕੇ ਵਿੱਚ ਪੈਟਰੋਲਿੰਗ ਕੀਤੀ ਲੇਕਿਨ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਾ ਕਿਉਂਕਿ ਸੜਕ ਦੇ ਉੱਤੇ ਘਟਨਾ ਖੁੱਲ੍ਹੇਆਮ ਨਹੀਂ ਸੀ ਹੋ ਰਹੀ ਬਲਕਿ ਇੱਕ ਪਲਾਟ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਕਰੀਬਨ 10 ਲੋਕ ਤੇ ਉਹ ਲੜਕੀ ਤੇ ਨਾਲ ਉਸ ਦਾ ਸਾਥੀ। ਪੁਲਿਸ ਨੂੰ ਕੁਝ ਵੀ ਹੱਥ ਨਹੀਂ ਲੱਗਿਆ ਲੇਕਿਨ ਕਿਸੇ ਤਰੀਕੇ ਨਾਲ ਇਹ ਲੜਕਾ ਤੇ ਲੜਕੀ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ ਜਾਂ ਕਹਿ ਲਈਏ ਵੀ ਇਹਨਾਂ ਨੂੰ ਅਗਵਾ ਕਰਕੇ ਇਸ ਲੜਕੀ ਦੇ ਨਾਲ ਜ਼ਬਰ ਜਨਾਹ ਕਰਨ ਵਾਲੇ ਜਿੰਨੇ ਵੀ ਦੋਸ਼ੀ ਸਨ ਉਹਨਾਂ ਨੇ ਇਸ ਜੋੜੇ ਨੂੰ ਛੱਡ ਦਿੱਤਾ। ਉਸ ਤੋਂ ਬਾਅਦ ਸ਼ਰਮ ਦੇ ਮਾਰੇ ਕਹਿ ਲਈਏ ਜਾਂ ਸਮਾਜ ਦੇ ਉਹਨਾਂ ਸਰੋਕਾਰਾਂ ਜਿਨ੍ਹਾਂ ਦੀ ਅਕਸਰ ਚਿੰਤਾਵਾਂ ਸਾਨੂੰ ਰਹਿੰਦੀ ਹੈ, ਤੁਹਾਨੂੰ ਰਹਿੰਦੀ ਹੈ ਜਾਂ ਖਾਸ ਕਰ ਮਹਿਲਾਵਾਂ ਨੂੰ ਜ਼ਰੂਰ ਰਹਿੰਦੀ ਹੈ ਤਾਂ ਕਿ ਕਿਸੇ ਨੂੰ ਇਸ ਤਰੀਕੇ ਦੀ ਘਟਨਾ ਦਾ ਪਤਾ ਲੱਗਦਾ ਹੈ ਤਾਂ ਪਰਿਵਾਰ ਦੀ ਬਦਨਾਮੀ ਹੋਏਗੀ। ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਲੜਕੀ ਤੇ ਇਸ ਦੇ ਸਾਥੀ ਨੇ ਉਹ ਸ਼ਿਕਾਇਤ ਨਹੀਂ ਕੀਤੀ ਜੋ ਇਹਨਾਂ ਨੂੰ ਕਰਨੀ ਬਣਦੀ ਸੀ। ਲੇਕਿਨ ਅਗਲੇ ਦਿਨ ਲੜਕੇ ਨੂੰ ਲੱਗਾ ਕਿ ਉਸ ਦੇ ਨਾਲ ਥੋੜਾ ਧੱਕਾ ਜ਼ਿਆਦਾ ਹੋਇਆ ਹੈ ਤੇ ਉਸ ਨੇ ਮੁੱਲਾਂਪੁਰ ਦੇ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਾਈ। ਸ਼ਿਕਾਇਤ ਜਿਹੜੀ ਦਰਜ ਕਰਾਈ ਉਸ ਦੇ ਵਿੱਚ ਲੜਕੇ ਨੇ ਲੜਕੀ ਨਾਲ ਹੋਏ ਜਬਰ ਜਨਾਹ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਲੜਕੀ ਨੇ ਉਸ ਨੂੰ ਮਨਾ ਕੀਤਾ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਲੇਕਿਨ ਤਫਤੀਸ਼ ਦੇ ਦੌਰਾਨ ਇਹ ਸਥਾਪਿਤ ਹੋਇਆ ਕਿ ਲੜਕੇ ਦੇ ਨਾਲ ਲੜਕੀ ਵੀ ਸੀ ਤੇ ਲੜਕੀ ਨੇ ਵੀ ਜਦੋਂ ਆਪਣੇ ਘਰ ਜਾ ਕੇ ਹੱਡਬੀਤੀ ਸੁਣਾਈ ਤਾਂ ਪਰਿਵਾਰ ਵਾਲੇ ਵੀ ਸ਼ੌਕਡ ਸਨ ਤੇ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਹੁਣ ਇਸ ਮਾਮਲੇ ਨੂੰ ਕਿਵੇਂ ਪਰਸੂ ਕੀਤਾ ਜਾਏ। ਲੇਕਿਨ ਪੁਲਿਸ ਨੇ ਤੱਥ ਕੱਢ ਲਿਆ ਤੇ ਇਹ ਸਮਝ ਵਿੱਚ ਆਇਆ ਵੀ ਇਸ ਜੋੜੇ ਦੇ ਨਾਲ ਖਾਸ ਕਰਕੇ ਉਸ ਲੜਕੀ ਦੇ ਨਾਲ ਜੋ ਕੁਝ ਹੋਇਆ ਹੈ ਉਹ ਬਹੁਤ ਹੀ ਜ਼ਿਆਦਾ ਗੰਭੀਰ ਹੈ, ਸੰਗੀਨ ਹੈ। ਇਹ ਮਾਮਲਾ ਪੱਤਰਕਾਰਾਂ ਵੱਲੋਂ ਚੁੱਕਿਆ ਗਿਆ, ਮੀਡੀਆ ਦੇ ਵਿੱਚ ਨਸ਼ਰ ਹੋਇਆ ਤੇ ਇਸ ਦੇ ਨਾਲ ਹੀ ਲੁਧਿਆਣਾ ਦਿਹਾਤੀ ਦੀ ਪੁਲਿਸ ਤੇ ਉਸ ਵਕਤ ਵੀ ਇਤਫਾਕ ਦੇ ਨਾਲ ਰਣਬੀਰ ਖੱਟੜਾ ਹੀ ਉਸ ਇਲਾਕੇ ਦੇ ਵਿੱਚ DIG ਸਨ, ਉਹਨਾਂ ਨੇ ਇਸ ਮਾਮਲੇ ਦੀ ਤਫਤੀਸ਼ ਕੀਤੀ। 9 ਫਰਵਰੀ ਦੀ ਇਸ ਘਟਨਾ ਨੂੰ 10 ਫਰਵਰੀ 2019 ਨੂੰ ਠੀਕ ਤਰੀਕੇ ਨਾਲ ਪੁਲਿਸ ਦੇ ਸਾਹਮਣੇ ਰਿਪੋਰਟ ਕੀਤਾ ਗਿਆ। ਉਸ ਦੇ ਵਿੱਚ ਵੀ ਕੁਝ ਘੰਟੇ ਦਾ ਗੈਪ ਰਿਹਾ ਲੇਕਿਨ 12 ਫਰਵਰੀ ਆਉਂਦਿਆਂ ਜਿਹੜੇ ਮੇਨ ਅਕਿਊਜ਼ ਸਨ ਇਸ ਇਲਾਕੇ ਦੇ ਵਿੱਚ ਜਗਰੂਪ ਸਿੰਘ, ਸਾਦਿਕ ਅਲੀ, ਸੈਫ ਅਲੀ, ਸੁਰਮੂ ਤੇ ਅਜੇ, ਇਹ ਸਭ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਸੋ ਕੁੱਲ ਮਿਲਾ ਕੇ 5 ਅਕਿਊਜ਼ ਪੁਲਿਸ ਦੇ ਹੱਥੇ ਚੜੇ ਕਿਉਂਕਿ ਪੁਲਿਸ ਨੇ ਜਦੋਂ ਇਸ ਪੂਰੇ ਮਾਮਲੇ ਦੀ ਘੋਖ 12 ਫਰਵਰੀ ਦੀ ਆਪਣੀ ਤਫਤੀਸ਼ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਕੀਤੀ ਸੀ ਉਸ ਵਿੱਚ ਸਮਝ ਵਿੱਚ ਇਹ ਆਇਆ ਵੀ ਈਸੇਵਾਲ ਦੇ ਇਸ ਇਲਾਕੇ ਵਿੱਚ ਇਹ ਪਹਿਲੀ ਐਸੀ ਵਾਰਦਾਤ ਨਹੀਂ ਸੀ। ਇਨਫੈਕਟ ਇੱਕ ਗਿਰੋਹ ਸੀ, ਇੱਕ ਗੈਂਗ ਸੀ ਜਿਸ ਦਾ ਕੰਮ ਹੀ ਇਸ ਤਰੀਕੇ ਦੇ ਨਾਲ ਸੀਰੀਅਲ ਗੈਂਗਰੇਪ ਕਰਨਾ ਸੀ। ਪੁਲਿਸ ਦੇ ਹੱਥ ਜੋ ਤਸਵੀਰ ਲੱਗੀ ਜਾਂ ਪੁਲਿਸ ਦੇ ਹੱਥ ਜੋ ਸੂਚਨਾ ਲੱਗ ਰਹੀ ਸੀ ਉਹ ਇਸ ਮਾਮਲੇ ਨੂੰ ਹੋਰ ਵੀ ਸੰਗੀਨ ਤੇ ਗੰਭੀਰ ਬਣਾਉਂਦੀ ਜਾ ਰਹੀ ਸੀ।
ਸਮਝ ਵਿੱਚ ਇਹ ਆ ਰਿਹਾ ਸੀ ਵੀ ਅਕਸਰ ਇਸ ਇਲਾਕੇ ਦੇ ਵਿੱਚ ਘੁੰਮਣ ਆਏ ਜੋੜਿਆਂ ਦੇ ਨਾਲ ਇਸ ਕਿਸਮ ਦੀਆਂ ਵਾਰਦਾਤਾਂ ਹੁੰਦੀਆਂ ਨੇ, ਲੜਕੀਆਂ ਦੇ ਨਾਲ ਇਸ ਕਿਸਮ ਦੀ ਜ਼ਬਰ ਜ਼ਿਨਾ ਦੀਆਂ ਘਟਨਾਵਾਂ ਇੱਥੇ ਆਮ ਹੁੰਦੀਆਂ ਨੇ ਤੇ ਇੱਕ ਹੀ ਪਾਰਟਿਕੂਲਰ ਗੈਂਗ ਹੈ ਜੋ ਕਿ ਇਸ ਇਲਾਕੇ ਦਾ, ਉਸਦੇ ਸੁੰਨਮਸਾਨ ਹੋਣ ਦਾ ਫਾਇਦਾ ਉਠਾਉਂਦਾ ਹੈ। ਲੜਕੇ ਤੇ ਲੜਕੀ ਨੂੰ ਚੁੱਕਦਾ ਹੈ, ਉਸ ਨੂੰ ਲਿਜਾਂਦਾ ਹੈ ਤੇ ਉਸ ਦੇ ਨਾਲ ਉਹੀ ਕੁਝ ਕਰਦਾ ਹੈ ਜੋ ਇਸ 20 ਸਾਲਾ ਲੜਕੀ ਨਾਲ ਹੋਇਆ। ਇਸ ਤੋਂ ਬਾਅਦ ਪੁਲਿਸ ਦੀ ਦਬਿਸ਼ ਤੋਂ ਬਾਅਦ ਜਦੋਂ ਇਹਨਾਂ ਅਕਿਊਜ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹਨਾਂ ਕੋਲੋਂ ਜਿਹੜੀ ਵੀ ਜਾਣਕਾਰੀ ਮਿਲੀ ਜਾਂ ਇਹ ਲੋਕਾਂ ਦੇ, ਇਹਨਾਂ ਦੋਸ਼ੀਆਂ ਦੇ ਟੈਲੀਫੋਨ ਮੋਬਾਈਲਾਂ ਦੇ ਵਿੱਚੋਂ ਜੋ ਵੀਡੀਓ ਫੁਟੇजेस ਜਾਂ ਤਸਵੀਰਾਂ ਮਿਲੀਆਂ ਉਹ ਹੋਰ ਵੀ ਚੌਂਕਾ ਦੇਣ ਵਾਲੀਆਂ ਸਨ। ਇਹ ਇੰਨੀਆਂ ਖਤਰਨਾਕ ਤਸਵੀਰਾਂ ਸਨ ਜਿਸ ਵਿੱਚ ਕਿ ਤਕਰੀਬਨ ਅੱਧਾ ਦਰਜਨ ਤੋਂ ਵੱਧ ਲੜਕੀਆਂ, ਤਕਰੀਬਨ 7 ਐਸੀ ਮਹਿਲਾਵਾਂ, ਲੜਕੀਆਂ ਦੀਆਂ ਤਸਵੀਰਾਂ ਜਾਂ ਉਹਨਾਂ ਦੇ ਵੀਡੀਓ ਸਨ ਜਿਸ ਵਿੱਚ ਕਿ ਉਹਨਾਂ ਮਹਿਲਾਵਾਂ ਦੇ ਨਾਲ ਵੀ ਤਕਰੀਬਨ ਉਸੇ ਤਰੀਕੇ ਨਾਲ ਜ਼ਬਰ ਜਨਾਹ ਕੀਤਾ ਗਿਆ, ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਫਿਲਮਿੰਗ ਕੀਤੀ ਗਈ ਸੀ, ਉਹਨਾਂ ਨੂੰ ਬਲੈਕਮੇਲ ਕਰਨ ਦੇ ਮਕਸਦ ਨਾਲ ਜਾਂ ਫਿਰ ਕਿਸੇ ਹੋਰ ਮੰਤਵ ਦੇ ਨਾਲ। ਲੇਕਿਨ ਇਹ ਸਾਰੀ ਜਿਹੜੇ ਰਿਕਾਰਡ ਤੇ ਐਵੀਡੈਂਸਿਸ ਸਨ ਪੁਲਿਸ ਦੇ ਹੱਥ ਲੱਗੇ। ਇਹਨਾਂ ਅਕਿਊਜ਼ ਨੂੰ ਪੁਲਿਸ ਕਸਟਡੀ ਦੇ ਵਿੱਚ ਹੋਰ ਪੁੱਛਗਿੱਛ ਤੇ ਹੋਰ ਸਖਤੀ ਦੇ ਨਾਲ ਇਹਨਾਂ ਤੋਂ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਉਸ ਨੂੰ ਪੁਲਿਸ ਨੇ ਆਪਣੀ ਤਫਤੀਸ਼ ਤੇ ਰਿਕਾਰਡ ਦਾ ਹਿੱਸਾ ਬਣਾਇਆ। ਉਹ ਲੜਕੀਆਂ ਤੱਕ ਵੀ ਪਹੁੰਚ ਕੀਤੀ ਗਈ ਜਾਂ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਚੋਂ ਕੁਝ ਲੜਕੀਆਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਸੰਪਰਕ ਹੋਇਆ, ਜਿਨ੍ਹਾਂ ਦੇ ਨਾਲ ਜ਼ਬਰ ਜ਼ਿਨਾ ਦੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਆ ਰਹੀਆਂ ਸਨ। ਕੁਝ ਮਹੀਨੇ ਜਾਂ ਕੁਝ ਹਫ਼ਤੇ ਪਹਿਲਾਂ ਵੀ ਇਸ ਕਿਸਮ ਦੀਆਂ ਕੁਝ ਘਟਨਾਵਾਂ ਜਿਹੜੀਆਂ ਮਹਿਲਾਵਾਂ ਦੇ ਨਾਲ ਹੋਈਆਂ ਸਨ। ਲੇਕਿਨ ਉਹ तमाम ਲੜਕੀਆਂ ਜਾਂ ਮਹਿਲਾਵਾਂ ਨੇ ਇਸ ਮਾਮਲੇ ਦੇ ਵਿੱਚ ਬਤੌਰ ਕੰਪਲੇਨੈਂਟ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੇ, ਉਹਨਾਂ ਲੜਕੀਆਂ ਨੇ ਇਸ ਮਾਮਲੇ ਨੂੰ ਹੁਣ ਭੁੱਲਣ ਦੇ ਪ੍ਰਤੀ ਆਪਣਾ ਮਨ ਜਿਹੜਾ ਸੀ ਉਹ ਪੱਕਾ ਬਣਾ ਲਿਆ ਸੀ ਤੇ ਉਸ ਤਰਾਸਦੀ ਤੋਂ, ਉਸ ਸ਼ੌਕ ਚੋਂ, ਉਸ ਟਰਾਮਾ ਚੋਂ ਉਹ ਲੋਕਾਂ ਨੇ ਆਪਣੇ ਆਪ ਨੂੰ ਕੱਢ ਲਿਆ ਸੀ। ਹੁਣ ਉਹ ਇਸ ਮਾਮਲੇ ਨੂੰ ਪੁਲਿਸ ਦੇ ਨਾਲ ਪਰਸੂ ਕਰਨਾ ਨਹੀਂ ਸਨ ਚਾਹੁੰਦੇ। ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਲੋਕ ਵੀ ਸ਼ਿਕਾਇਤਕਰਤਾ ਦੇ ਰੂਪ ਵਿੱਚ ਅੱਗੇ ਆਉਣ, ਲੇਕਿਨ ਉਹ ਲੜਕੀਆਂ, ਉਹਨਾਂ ਦੇ ਪਰਿਵਾਰ ਅੱਗੇ ਨਹੀਂ ਆਏ। ਸੋ ਕੁੱਲ ਮਿਲਾ ਕੇ 20 ਸਾਲਾਂ ਦੀ ਇਹ ਲੜਕੀ ਇਕਲੌਤੀ ਐਸੀ ਲੜਕੀ ਸੀ ਜਿਸ ਨੇ ਬਹਾਦਰੀ ਦੇ ਨਾਲ ਨਾ ਸਿਰਫ ਇਸ ਮਾਮਲੇ ਦੇ ਵਿੱਚ ਕੰਪਲੇਂਟ ਕੀਤੀ ਬਲਕਿ ਅੱਜ ਤੱਕ ਇਸ ਮਾਮਲੇ ਦੇ ਵਿੱਚ ਕੰਪਲੇਨੈਂਟ ਦੇ ਰੂਪ ਵਿੱਚ ਖੜੀ ਹੈ। ਇਹ ਕਹਾਣੀ ਸੀ, ਇੱਕ ਪੂਰੀ ਸੱਚਾਈ ਸੀ, ਇਹ ਤੱਥ ਸਨ। ਲੇਕਿਨ ਇਸ ਤੋਂ ਅੱਗੇ ਜੋ ਕੁਝ ਅਦਾਲਤਾਂ ਦੇ ਵਿੱਚ ਹੋਇਆ, ਇਸ ਕੇਸ ਦਾ ਜੋ ਹਾਲ ਹੋਇਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਰਾਸਦੀ ਤੋਂ ਘੱਟ ਨਹੀਂ ਹੈ। ਇਸ ਤੋਂ ਪਹਿਲਾਂ ਕਿ ਮੈਂ ਦੱਸਾਂ ਵੀ ਈਸੇਵਾਲ ਦੇ ਇਸ ਗੈਂਗਰੇਪ ਦੇ ਵਿੱਚ ਸੀਰੀਅਲ ਗੈਂਗਰੇਪਿਸਟ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੇਲ ਦੇ ਦਿੱਤੀ। ਕੁਝ ਮਹੀਨੇ ਬਾਅਦ ਉਸ ਨੂੰ ਆਜ਼ਾਦ ਛੱਡ ਦਿੱਤਾ। ਇਹ ਉਸ ਵਕਤ ਕੁਝ ਹੋਇਆ ਜਦੋਂ ਕਿ ਇਸ ਵਿਕਟਮ ਯਾਨੀ ਕਿ ਪੀੜਤਾ ਦੇ ਪਰਿਵਾਰ, ਉਸ ਦੀ ਮਾਂ ਜਾਂ ਫਿਰ ਉਸ ਲੜਕੇ ਜੋ ਕਿ ਉਸ ਦਾ ਸਾਥੀ ਸੀ, ਜੋ ਕਿ ਕੋ ਕੰਪਲੇਨੈਂਟ ਸੀ, ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਉਹਨਾਂ ਨੂੰ ਲਗਾਤਾਰ ਇਸ ਕਿਸਮ ਦੀਆਂ ਥ੍ਰੈਟਨਸ ਹੋ ਰਹੇ ਸਨ ਤੇ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਵੀ ਇੱਕ ਐਸੇ ASI ਤੋਂ ਧਮਕੀ ਦੇਣ ਵਾਲੇ ਇੱਕ ਸ਼ਖਸ ਤੋਂ ਰਿਸ਼ਵਤ ਲੈਂਦਿਆਂ ਹੋਇਆ ਉਸ ਨੂੰ ਕਾਬੂ ਕੀਤਾ ਸੀ। ਸੋ ਪਰਿਵਾਰਾਂ ਦੇ ਉੱਤੇ, ਇਸ ਲੜਕੀ ਦੇ ਪਰਿਵਾਰ ਦੇ ਉੱਤੇ, ਉਸ ਲੜਕੀ ਦੇ ਸਾਥੀ ਦੇ ਉੱਤੇ ਇਸ ਤਰੀਕੇ ਦਾ ਮਾਨਸਿਕ ਦਬਾਅ ਅਕਿਊਜ਼ ਵੱਲੋਂ ਲਗਾਤਾਰ ਬਣਾਇਆ ਜਾਂਦਾ ਹੈ। ਲੇਕਿਨ ਇਸ ਦੇ ਬਾਵਜੂਦ ਇਸ ਪੂਰੀ ਘਟਨਾ ਤੋਂ ਤਕਰੀਬਨ 20-22 ਮਹੀਨਿਆਂ ਬਾਅਦ 22 ਦਸੰਬਰ 2020 ਦਾ ਉਹ ਦਿਨ ਜਿਸ ਦਿਨ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੱਖ ਜਿਹੜਾ ਇਸ ਮਾਮਲੇ ਦਾ ਮੁਲਜ਼ਮ ਸੀ ਜਾਂ ਮੇਨ ਅਕਿਊਜ਼ ਸੀ ਜਗਰੂਪ ਸਿੰਘ, ਉਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਬੈਂਚ ਨੇ ਬੇਲ ਦਿੱਤੀ, ਯਾਨੀ ਕਿ ਉਸ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ। ਹੁਣ ਆਪਾਂ ਇਹ ਦੱਸ ਦਈਏ ਵੀ ਇੱਕ ਮਾਮਲਾ ਇੱਕ ਰੇਪ ਦਾ ਮਾਮਲਾ ਨਹੀਂ ਸੀ, ਇਹ ਇੱਕ ਗੈਂਗਰੇਪ ਤੋਂ ਵੀ ਵੱਧ ਕੇ ਮਾਮਲਾ ਇੱਕ ਸੀਰੀਅਲ ਗੈਂਗਰੇਪ ਦਾ ਸੀ। ਇਹ ਚੀਜ਼ ਸਥਾਪਿਤ ਹੋ ਚੁੱਕੀ ਸੀ ਪੁਲਿਸ ਦੇ ਰਿਕਾਰਡ ਦੇ ਵਿੱਚ। IT ਦੀ ਧਾਰਾਵਾਂ ਲਾਈਆਂ ਗਈਆਂ ਸਨ, ਮੋਬਾਈਲ ਕੈਮਰਿਆਂ ਦੇ ਵਿੱਚੋਂ ਹੋਰ ਮਹਿਲਾਵਾਂ ਦੀ ਵੀ ਜਿਹੜੀਆਂ ਆਪੱਤੀਜਨਕ ਤਸਵੀਰਾਂ ਤੇ ਉਹਨਾਂ ਦੇ ਵੀਡੀਓਜ਼ ਮਿਲੇ ਸਨ, ਉਸ ਚੀਜ਼ ਤੋਂ ਇਹ ਚੀਜ਼ ਸਥਾਪਿਤ ਹੋ ਚੁੱਕੀ ਸੀ ਤੇ ਪੁਲਿਸ ਨੇ ਇਸ ਸਾਰੇ ਮਾਮਲੇ ਦੇ ਵਿੱਚ ਮਈ 2019 ਦੇ ਵਿੱਚ ਹੀ ਆਪਣੀ ਚਾਰਜਸ਼ੀਟ ਤੇ ਚਲਾਨ ਫਾਈਲ ਕਰਤਾ ਸੀ। ਯਾਨੀ ਕਿ 12 ਫਰਵਰੀ 2019 ਨੂੰ ਇਹ ਸਾਰੇ ਅਕਿਊਜ਼ ਫੜੇ ਜਾਂਦੇ ਨੇ ਤੇ ਤਕਰੀਬਨ 4 ਮਹੀਨੇ ਦੀ ਚਾਰਾਜ਼ੋਈ ਤੋਂ ਬਾਅਦ ਜਾਂ ਆਪਣੀ ਕੰਮਕਾਜ ਤੋਂ ਬਾਅਦ ਪੁਲਿਸ ਨੇ ਚਾਰਜਸ਼ੀਟ ਤੇ ਚਲਾਨ ਦੇ ਵਿੱਚ ਇਹ ਸਾਰੇ ਅਕਿਊਜ਼ ਦੇ ਖਿਲਾਫ ਢੁਕਵੇਂ ਜਿਹੜੇ ਸਬੂਤ ਬਣਦੇ ਸਨ ਉਹ ਅਦਾਲਤ ਦੇ ਰਿਕਾਰਡ ਵਿੱਚ ਨੱਥੀ ਕਰਤੇ। ਲੇਕਿਨ ਇਸ ਤੋਂ ਬਾਅਦ ਵੀ ਜਿਹੜਾ ਟ੍ਰਾਇਲ ਸੀ ਉਹ ਕਛੂਏ ਦੀ ਰਫ਼ਤਾਰ ਵਾਂਗ ਚੱਲਦਾ ਰਿਹਾ। 2019 ਦਾ ਪੂਰਾ ਸਾਲ ਬੀਤ ਗਿਆ ਤੇ 2020 ਆਉਂਦਿਆਂ ਇਸ ਮਾਮਲੇ ਦੇ ਵਿੱਚ ਹੋਰ ਦੇਰ ਹੋ ਗਈ। ਮਾਰਚ 2020 ਤੋਂ ਬਾਅਦ ਕੋਵਿਡ ਯਾਨੀ ਕਿ ਕੋਰੋਨਾ ਦੇ ਚੱਲਦਿਆਂ ਅਦਾਲਤਾਂ ਦਾ ਕੰਮਕਾਜ ਢਿੱਲਾ ਪੈ ਗਿਆ ਤੇ 22 ਦਸੰਬਰ 2020 ਆਉਂਦਿਆਂ ਇਹ ਜਿਹੜੇ ਅਕਿਊਜ਼ ਸਨ ਇਸ ਮਾਮਲੇ ਦੇ, ਖਾਸ ਕਰਕੇ ਜਿਹੜਾ ਮੇਨ ਅਕਿਊਜ਼ਡ ਜਗਰੂਪ ਸਿੰਘ, ਉਹ ਅਦਾਲਤ 'ਚੋਂ ਜ਼ਮਾਨਤ ਲੈਣ ਵਿੱਚ ਕਾਮਯਾਬ ਹੋ ਪਾਇਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਸ ਬੈਂਚ ਨੇ ਇਸ ਜਗਰੂਪ ਸਿੰਘ ਨੂੰ ਜ਼ਮਾਨਤ ਦਿੱਤੀ, ਉਸਨੇ ਮੁੱਢਲੀ ਜਿਹੜੀ ਜ਼ਮਾਨਤ ਦੇਣ ਦਾ ਆਧਾਰ ਇਹ ਬਣਾਇਆ ਸੀ ਕਿ ਇਸ ਮਾਮਲੇ ਦਾ ਜਿਹੜਾ ਟ੍ਰਾਇਲ ਹੈ ਜਾਂ ਇਸ ਮਾਮਲੇ ਦੀ ਜਿਹੜੀ ਮੁਕੱਦਮੇਬਾਜ਼ੀ ਹੈ ਉਸ ਦੇ ਵਿੱਚ ਬਹੁਤ ਢਿੱਲੀ ਰਫ਼ਤਾਰ ਚੱਲਦੀ ਪਈ ਹੈ। ਯਾਨੀ ਕਿ ਜੇ ਕੋਵਿਡ ਤੇ ਕੋਰੋਨਾ ਕਰਕੇ ਮਾਮਲਾ 8 ਜਾਂ 9 ਮਹੀਨੇ ਅੱਗੇ ਪੈ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਸਰਕਾਰਾਂ ਦੀ ਤਫਤੀਸ਼ ਹੈ, ਏਜੰਸੀਆਂ ਆਪਣੇ ਚਲਾਨ ਮਈ 2019 ਵਿੱਚ ਸਬਮਿਟ ਕਰ ਚੁੱਕੀਆਂ ਹੁੰਦੀਆਂ ਨੇ, ਲੇਕਿਨ ਅਦਾਲਤਾਂ ਇਸ ਮਾਮਲੇ ਨੂੰ ਮਾਰਚ 2020 ਤੱਕ ਕਿਸੇ ਤਰੀਕੇ ਨਾਲ ਸਿੱਟੇ ਤੇ ਨਹੀਂ ਪਹੁੰਚਾ ਸਕਦੀਆਂ। ਉਸ ਹਾਲਾਤ ਦੇ ਵਿੱਚ ਅਕਿਊਜ਼ ਨੂੰ ਇਸ ਦਾ ਸਿੱਧਾ ਬੈਨੀਫਿਟ ਮਿਲਦਾ ਹੈ।
ਉਹ ਐਕਿਊਜ਼ ਜੋ ਕਿ ਇੱਕ ਰੇਪ ਦਾ ਨਹੀਂ, ਇੱਕ ਗੈਂਗ ਰੇਪ ਦਾ ਨਹੀਂ, ਬਲਕਿ ਇੱਕ ਸੀਰੀਅਲ ਗੈਂਗ ਰੇਪਿਸਟ ਹੈ। ਇਸ ਚੀਜ਼ ਦੀ ਗੰਭੀਰਤਾ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਮਹਿਲਾਵਾਂ ਇਹਨਾਂ ਲੋਕਾਂ ਦੇ ਸ਼ੋਸ਼ਣ ਦਾ, ਸਰੀਰਕ ਸ਼ੋਸ਼ਣ ਦਾ, ਜ਼ਬਰ ਜਿਨਾਹ ਦਾ, ਬਲਾਤਕਾਰ ਵਰਗੇ ਬਹੁਤ ਹੀ ਜ਼ਿਆਦਾ ਸੰਗੀਨ ਲੈਵਲ ਦੇ ਜਿਹੜੇ ਕੁਕਰਮ ਇਹਨਾਂ ਨੇ ਕੀਤੇ ਉਹਨਾਂ ਮਹਿਲਾਵਾਂ ਦੇ ਨਾਲ, ਉਸ ਦੇ ਜ਼ਿੰਮੇਵਾਰ ਸਨ। ਇਹ ਅਲੱਗ ਗੱਲ ਹੈ ਵੀ ਉਹ ਮਹਿਲਾਵਾਂ ਜਾਂ ਉਹ ਲੜਕੀਆਂ ਅੱਗੇ ਨਹੀਂ ਆਈਆਂ, ਸ਼ਿਕਾਇਤਕਰਤਾ ਨਹੀਂ ਬਣੀਆਂ ਜਾਂ ਉਹ ਸ਼ਿਕਾਇਤ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸ਼ਾਮਲ ਨਹੀਂ ਕੀਤਾ। ਲੇਕਿਨ ਪੁਲਿਸ ਦੀ ਤਫਤੀਸ਼ ਦੇ ਵਿੱਚ, ਪੁਲਿਸ ਕੋਲ ਮਿਲੇ ਹੋਏ ਸਬੂਤਾਂ ਦੇ ਵਿੱਚ ਬਹੁਤ ਸੇ ਐਸੇ ਐਵੀਡੈਂਸਿਸ ਸਨ। ਲੇਕਿਨ ਸ਼ਿਕਾਇਤਕਰਤਾਵਾਂ ਦੇ ਪਿੱਛੇ ਹਟਣ ਕਾਰਨ ਇਹ ਜਿਹੜੇ ਐਕਿਊਜ਼ ਸਨ ਇਹਨਾਂ ਨੂੰ ਥੋੜਾ ਫਾਇਦਾ ਵੀ ਹੋਇਆ। ਲੇਕਿਨ ਫਿਰ ਵੀ ਇਸ ਲੜਕੀ ਦਾ ਇੱਕ ਕੇਸ, ਇਸ ਮਹਿਲਾ ਪੀੜਤਾ ਦਾ ਇੱਕ ਕੇਸ ਕਾਫੀ ਸੀ ਇਸ ਪੂਰੇ ਮਾਮਲੇ ਦੇ ਵਿੱਚ। ਇਹਨਾਂ ਦੋਸ਼ੀਆਂ ਨੂੰ ਨਾ ਸਿਰਫ ਸਜ਼ਾਵਾਂ ਦਿਵਾਉਣ ਦੇ ਵਿੱਚ ਬਲਕਿ ਸਲਾਖਾਂ ਦੇ ਪਿੱਛੇ ਤੱਕ ਰੱਖਣ ਦੇ ਵਿੱਚ ਵੀ, ਜਦੋਂ ਤੱਕ ਇਸ ਮਾਮਲੇ ਦੇ ਵਿੱਚ ਅਦਾਲਤਾਂ ਵੱਲੋਂ ਫੈਸਲਾ ਨਾ ਸੁਣਾ ਦਿਆ ਗਿਆ ਹੁੰਦਾ। ਲੇਕਿਨ ਤਰਾਸਦੀ ਇਹ ਰਹੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰੋਸੀਕਿਊਸ਼ਨ ਪੱਖ ਦੀ ਇੱਕ ਨਾ ਸੁਣੀ ਤੇ ਇਸ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਐਡਵੋਕੇਟ ਜਨਰਲ ਦੀ ਭੂਮਿਕਾ ਜਾਂ ਉਸਦੇ ਆਫਿਸ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਹੈ। ਅਸੀਂ ਕੁਝ ਵੀਡੀਓਜ਼ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਲਗਾਤਾਰ ਤੁਹਾਨੂੰ ਵੀਡੀਓਜ਼ ਦਿਖਾਈਆਂ ਜਦੋਂ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਵਿੱਚ ਹੋਈਆਂ ਵੱਖ-ਵੱਖ ਥਾਵਾਂ ਤੇ ਬੇਅਦਬੀਆਂ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਫਾਇਰਿੰਗ ਦੇ ਮਾਮਲਿਆਂ ਦੇ ਵਿੱਚ ਕਿਸ ਤਰੀਕੇ ਦੀ ਢਿੱਲੀ ਕਾਨੂੰਨੀ ਚਾਰਾਜ਼ੋਈ ਨੇ ਪੰਜਾਬ ਸਰਕਾਰ ਦਾ ਪੱਠਾ ਬਿਠਾਤਾ, ਉਸ ਦੀਆਂ ਸਿੱਟਾਂ ਨੂੰ ਭੰਗ ਕਰਤਾ ਗਿਆ, ਉਹਨਾਂ ਦੀ ਸਿੱਟਾਂ ਦੇ ਪੱਠੇ ਬੈਠ ਗਏ। ਇਸ ਚੀਜ਼ ਦਾ ਪੂਰਾ ਠੀਕਰਾ ਕਿਤੇ ਨਾ ਕਿਤੇ ਐਡਵੋਕੇਟ ਜਨਰਲ ਆਫਿਸ ਜਾਂ ਉਸ ਦੀ ਸੁਸਤ ਰਫ਼ਤਾਰ ਜਾਂ ਉਸ ਦੇ ਢਿੱਲੇ ਰਵੱਈਏ ਜਾਂ ਫਿਰ ਕੁਝ ਹੱਦ ਤੱਕ ਉਹਦੀ ਸੰਭਾਵਿਤ ਰਲਗੜ ਦੇ ਉੱਤੇ ਵੀ ਫੁੱਟਦਾ ਨਜ਼ਰ ਆਉਂਦਾ ਸੀ। ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਪੰਜਾਬ ਦਾ ਜਿਹੜਾ ਕਾਨੂੰਨੀ ਪੱਖ ਢਿੱਲਾ ਰਿਹਾ ਤੇ ਹੁਣ ਅਸੀਂ ਇਸ ਮਾਮਲੇ ਦੇ ਵਿੱਚ ਇਹ ਵੀ ਵੇਖ ਰਹੇ ਹਾਂ ਵੀ ਸੂਬੇ ਦੇ ਵਿੱਚ ਸਾਡੀਆਂ ਧੀਆਂ ਤੇ ਭੈਣਾਂ ਅੱਜ ਸੁਰੱਖਿਅਤ ਨਹੀਂ ਨੇ। ਉਹਨਾਂ ਦੇ ਨਾਲ ਕੋਈ ਜ਼ਬਰ ਜਨਾਹ ਕਰ ਜਾਂਦਾ ਹੈ, ਬਲਾਤਕਾਰ ਕਰ ਜਾਂਦਾ ਹੈ, ਸੀਰੀਅਲ ਗੈਂਗਰੇਪ ਪੰਜਾਬ ਦੇ ਵਿੱਚ ਹੁੰਦੇ ਰਹਿੰਦੇ ਨੇ। ਤਾਂ ਉਸ ਦੇ ਵਿੱਚ ਇਸ ਐਡਵੋਕੇਟ ਜਨਰਲ ਆਫਿਸ ਜਾਂ ਉਸ ਦੀ ਢਿੱਲੀ ਚਾਰਾਜ਼ੋਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਮੇਨ ਅਕਿਊਜ਼ ਨੂੰ ਬੇਲ ਦਿਲਵਾ ਦਿੱਤੀ। ਇਸ ਚੀਜ਼ ਤੋਂ ਮੈਂ ਥੋੜਾ ਜਿਹਾ ਹਟਾਂਗਾ ਕਿਉਂਕਿ ਇਹ ਇੱਕ ਬਹੁਤ ਵੱਡੀ ਤਰਾਸਦੀ ਹੈ, ਇੱਕ ਬਹੁਤ ਵੱਡਾ ਫੇਲਿਅਰ ਹੈ ਸਾਡੇ ਸਿਸਟਮ ਦਾ। ਇਸ ਦੇ ਵਿੱਚ ਅਸੀਂ ਪੁਲਿਸ ਨੂੰ ਘੱਟੋ ਘੱਟ ਅੱਜ ਦੇ ਇਸ ਕੇਸ ਦੇ ਵਿੱਚ ਅਸੀਂ ਦੋਸ਼ੀ ਨਹੀਂ ਮੰਨ ਸਕਦੇ ਕਿਉਂਕਿ ਇਹ ਵਾਹਿਦ ਐਸਾ ਮਾਮਲਾ ਹੈ ਜਿਸ ਦੇ ਵਿੱਚ ਕਿ ਪੁਲਿਸ ਨੇ ਇੱਕ ਸਪੀਡੀ ਟ੍ਰਾਇਲ ਕੀਤਾ। ਫਿਰ ਬੇਸ਼ੱਕ ਉਹ ਮੀਡੀਆ ਦਾ ਜਿਹੜਾ ਦਬਾਅ ਸੀ ਜਾਂ ਇੱਕ ਸੀਰੀਅਲ ਗੈਂਗਰੇਪ ਦਾ ਐਡਾ ਵੱਡਾ ਮਾਮਲਾ ਪੰਜਾਬ ਦੇ ਵਿੱਚ ਇਸ ਪੱਧਰ ਤੇ ਉੱਭਰਦਾ ਹੈ ਤੇ ਪੰਜਾਬ ਦੀ ਨਿਰਭਇਆ ਦੇ ਰੂਪ ਦੇ ਵਿੱਚ ਇਸ ਮਹਿਲਾ ਨੂੰ, ਇਸ ਲੜਕੀ ਨੂੰ ਵੇਖਿਆ ਜਾਣ ਲੱਗਦਾ ਹੈ। ਉਸ ਤੋਂ ਬਾਅਦ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਉਹਨਾਂ ਅਕਿਊਜ਼ ਦੇ ਉੱਤੇ ਦਬਿਸ਼ ਕਰਕੇ ਉਹਨਾਂ ਨੂੰ ਫੜ ਲਿਆ ਤੇ ਚਲਾਨ ਵੀ 4 ਮਹੀਨੇ ਦੇ ਵਿੱਚ ਫਾਈਲ ਕਰਤਾ ਗਿਆ। ਲੇਕਿਨ ਉਸ ਤੋਂ ਬਾਅਦ ਉਤਲੀਆਂ ਅਦਾਲਤਾਂ ਨੇ ਕੀ ਕੀਤਾ, ਉਸ ਤੋਂ ਬਾਅਦ ਹਾਈ ਕੋਰਟ ਨੇ ਕੀ ਕੀਤਾ ਤੇ ਇਸ ਮਾਮਲੇ ਦੇ ਹਾਈ ਕੋਰਟ ਦੇ ਇਸ ਮੇਨ ਅਕਿਊਜ਼ ਨੂੰ ਬੇਲ ਦੇਣ ਦੇ ਫੈਸਲੇ ਨੂੰ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੁਝ ਵਕੀਲਾਂ ਨੇ ਜਾਂ ਈਵਨ ਸਟੇਟ ਨੇ ਚੁਣੌਤੀ ਦਿੱਤੀ ਤਾਂ ਉਸ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕੋਈ ਰਿਲੀਫ ਨਹੀਂ ਦਿੱਤਾ ਕਿਉਂਕਿ ਤਦ ਤੱਕ ਕੋਰੋਨਾ ਆਪਣੇ ਸਿਖਰ ਤੇ ਪਹੁੰਚ ਚੁੱਕਾ ਸੀ ਤੇ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਵਾਂਗ ਹੀ ਇਸ ਪੂਰੇ ਮਾਮਲੇ ਦੇ ਵਿੱਚ ਢਿੱਲੇ ਚੱਲ ਰਹੇ ਟ੍ਰਾਇਲ ਦੇ ਬੇਸ ਉੱਤੇ ਜਿਹੜੇ ਮੇਨ ਅਕਿਊਜ਼ ਜਗਰੂਪ ਸਿੰਘ ਨੂੰ ਮਿਲੀ ਹੋਈ ਜਿਹੜੀ ਬੇਲ ਸੀ ਉਸ ਨੂੰ ਕੁਆਸ਼ ਕਰਨ ਤੋਂ ਇਨਕਾਰ ਕਰਤਾ, ਮਨਾ ਕਰਤਾ। ਇੱਕ ਸੈਟਬੈਕ ਸੀ ਸਰਕਾਰ ਲਈ ਵੀ ਤੇ ਉਹਨਾਂ ਲੋਕਾਂ ਲਈ ਵੀ ਜੋ ਕਿ ਪ੍ਰੋ ਬੋਨੋ ਇਸ ਕੇਸ ਦੇ ਵਿੱਚ ਪਾਰਟੀ ਬਣੇ ਸਨ ਇਨ ਦ ਇੰਟਰਸਟ ਆਫ ਲਾਅ ਐਂਡ ਜਸਟਿਸ। ਲੇਕਿਨ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਇੱਕ ਸਪੀਡੀ ਟ੍ਰਾਇਲ ਦੀ ਗੱਲ ਕੀਤੀ। ਉਸਨੇ ਕਿਹਾ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਸਿੱਟੇ ਤੇ ਪਹੁੰਚਾਇਆ ਜਾਵੇ। ਹਾਲਾਂਕਿ ਮੰਗ ਇਹ ਹੋਈ ਸੀ ਸੁਪਰੀਮ ਕੋਰਟ ਵੱਲੋਂ ਵੀ ਇਸ ਪੂਰੇ ਮਾਮਲੇ ਦਾ ਘੱਟੋ ਘੱਟ ਇਸ ਸੀਰੀਅਲ ਗੈਂਗਰੇਪ ਤੋਂ ਉਪਜੇ ਇਸ ਗੈਂਗਰੇਪ ਦੇ ਮਾਮਲੇ ਦਾ ਡੇ ਟੂ ਡੇ ਬੇਸਿਸ ਤੇ ਟ੍ਰਾਇਲ ਹੋਵੇ। ਲੇਕਿਨ ਸੁਪਰੀਮ ਕੋਰਟ ਨੇ ਗੱਲ ਨਹੀਂ ਮੰਨੀ ਤੇ ਅੱਜ ਦੀ ਤਰੀਕ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜਾ ਟ੍ਰਾਇਲ ਹੈ ਉਹ ਵੀਕਲੀ ਬੇਸਿਸ ਤੇ ਜਾਰੀ ਹੈ ਤੇ ਕਾਫੀ ਹੱਦ ਤੱਕ ਜਿਹੜੇ ਪ੍ਰੋਸੀਕਿਊਸ਼ਨ ਵਿਟਨੈਸਿਸ ਭੁਗਤ ਚੁੱਕੇ ਨੇ। ਇਹ ਸਮਝ ਲਈ ਵੀ ਜਗਰੂਪ ਸਿੰਘ ਮੁੱਖ ਇਸ ਮਾਮਲੇ ਦਾ ਦੋਸ਼ੀ, ਐਕਿਊਜ਼ਡ, ਮੁਲਜ਼ਮ ਕਹਿ ਲਈਏ ਆਪਾਂ, ਜਦ ਤੱਕ ਅਦਾਲਤਾਂ ਫੈਸਲਾ ਨਹੀਂ ਸੁਣਾ ਦਿੰਦੀਆਂ ਉਹ ਖੁੱਲ੍ਹੇਆਮ ਬਾਹਰ ਘੁੰਮ ਰਿਹਾ ਹੈ ਤੇ ਉਹ ਲਗਾਤਾਰ ਉਸ ਹਾਲਾਤ ਦੇ ਵਿੱਚ ਬਾਹਰ ਘੁੰਮ ਰਿਹਾ ਜਦੋਂ ਕਿ ਇਸ ਮਾਮਲੇ ਦੀ ਜਿਹੜੀ ਪੀੜਤਾ ਤੇ ਉਸ ਦਾ ਸਾਥੀ, ਇਸ ਮਾਮਲੇ ਦੇ ਸ਼ਿਕਾਇਤਕਰਤਾ ਤੇ ਉਹ ਗਵਾਹ ਜਿਹੜੇ ਹੈਗੇ ਨੇ ਉਹਨਾਂ ਨੂੰ ਇਹਨਾਂ ਲੋਕਾਂ ਤੋਂ ਖਤਰਾ ਹੈ। ਬੇਸ਼ੱਕ ਪੁਲਿਸ ਨੇ ਇਹਨਾਂ ਦੀ ਸੁਰੱਖਿਆ ਨੂੰ ਇਸ ਵਕਤ ਪੂਰੇ ਤਰੀਕੇ ਨਾਲ, ਪੁਖਤਾ ਤਰੀਕੇ ਨਾਲ ਮਜ਼ਬੂਤ ਕਰ ਰੱਖਿਆ ਹੈ। ਲੇਕਿਨ ਇਸ ਪੂਰੀ ਪੰਜਾਬ ਦੀ ਘਟਨਾ, ਪੰਜਾਬ ਦੀ ਨਿਰਭਇਆ ਤੇ ਉਸ ਮਾਮਲੇ ਦੇ ਵਿੱਚ ਬੀਤੇ ਤਕਰੀਬਨ 2.5 ਸਾਲ ਤੋਂ ਜਿਹੜਾ ਮੁਕੱਦਮਾ ਹੈ ਕਿਤੇ ਨਾ ਲੱਗ ਪਾਣਾ, ਜਿਸ ਦੇ ਵਿੱਚ ਕਿ ਆਪਾਂ 1.25 ਸਾਲ ਜਾਂ 1.5 ਸਾਲ ਦਾ ਜਿਹੜਾ ਵਕਫਾ ਹੈ ਉਸ ਨੂੰ ਕਰੋਨਾ ਜਾਂ ਕੋਵਿਡ ਦੇ ਨਾਂ ਦੇ ਉੱਤੇ ਹੋਏ ਡਿਲੇ ਦੇ ਨਾਂ ਤੇ ਐਟਰੀਬਿਊਟ ਕਰ ਸਕਦੇ ਹਾਂ, ਸਮਝ ਸਕਦੇ ਹਾਂ ਵੀ ਕਰੋਨਾ ਕਾਰਨ ਡਿਲੇ ਹੋਇਆ। ਲੇਕਿਨ ਆਪਾਂ ਇਹ ਮੰਨ ਕੇ ਚੱਲੀਏ ਵੀ ਕ੍ਰਿਮੀਨਲ ਅਮੈਂਡਮੈਂਟ ਐਕਟ 2018 ਦੇ ਵਿੱਚ ਜਿਹੜਾ ਪਾਸ ਹੁੰਦਾ ਹੈ, 2012 ਦੇ ਵਿੱਚ ਤੁਹਾਨੂੰ ਯਾਦ ਹੋਏਗਾ ਨਿਰਭਇਆ ਦਾ ਇੱਕ ਕੇਸ, ਇੱਕ ਦੇਸ਼ ਦਾ ਸਭ ਤੋਂ ਐਸਾ ਸੰਗੀਨ ਮਾਮਲਾ, ਗੰਭੀਰ ਮਾਮਲਾ ਜਿਸ ਵਿੱਚ ਕਿ ਇੱਕ ਬੱਚੀ ਦੇ ਨਾਲ ਜਿਸ ਤਰੀਕੇ ਨਾਲ ਅਣਮਨੁੱਖੀ ਜ਼ਬਰ ਜਨਾਹ ਦੀ ਹਰਕਤ ਜਾਂ ਵਾਰਦਾਤ ਅੰਜਾਮ ਦਿੱਤੀ ਗਈ, ਉਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖਤਾ। ਦੇਸ਼ ਵਿਦੇਸ਼ ਦੇ ਵਿੱਚ ਭਾਰਤ ਦੀ ਜਿਹੜੀ ਛਵੀ ਖਰਾਬ ਹੋਈ ਉਹ ਵੱਖਰੀ ਸੀ। ਲੇਕਿਨ ਉਸ ਪੂਰੇ ਮਾਮਲੇ ਨੇ ਇਸ ਪੂਰੇ ਮੁੱਦੇ ਨੂੰ, ਇਸ ਪੂਰੀ ਗੱਲਬਾਤ ਨੂੰ ਇੱਕ ਪੁਆਇੰਟ ਤੇ ਲਿਆ ਕੇ ਖੜਾ ਕਰਤਾ ਵੀ ਜਿਹੜੇ ਵੀ ਲੋਕ ਮਹਿਲਾਵਾਂ ਦੇ ਨਾਲ ਜ਼ਬਰ ਜਨਾਹ ਕਰਦੇ ਨੇ, ਉਹਨਾਂ ਦੇ ਨਾਲ ਵਧੀਕੀ ਕਰਦੇ ਨੇ, ਉਹਨਾਂ ਖਿਲਾਫ ਜਿਹੜੇ ਮੁਕੱਦਮੇ ਹੈ, ਘੱਟੋ ਘੱਟ ਟ੍ਰਾਇਲ ਹੈਗੇ ਨੇ, ਉਹ ਦੇਰੀ ਨਾਲ ਨਹੀਂ ਹੋਣੇ ਚਾਹੀਦੇ, ਉਹਨਾਂ ਨੂੰ ਸਪੀਡੀ ਕਰਨਾ ਚਾਹੀਦਾ ਹੈ। ਸਜ਼ਾਵਾਂ ਸਖਤ ਹੋਈਆਂ,
ਕ੍ਰਿਮੀਨਲ ਅਮੈਂਡਮੈਂਟ ਐਕਟ ਜੋ ਕਿ 2018 ਵਿੱਚ ਪਾਸ ਹੋਇਆ, ਉਸ ਦਾ ਇੱਕ ਬਹੁਤ ਇੰਪੋਰਟੈਂਟ ਕੰਪੋਨੈਂਟ ਇਹ ਸੀ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਟ੍ਰਾਇਲ ਹੋਏਗਾ ਉਹ ਬਹੁਤ ਸਪੀਡੀ ਹੋਏਗਾ, ਯਾਨੀ ਕਿ ਮੁਕੱਦਮਾ ਬਹੁਤ ਛੇਤੀ ਦੇ ਨਾਲ ਨਿਬੇੜਿਆ ਜਾਣਾ ਚਾਹੀਦਾ ਹੈ। ਇਹਨਾਂ ਹਦਾਇਤਾਂ ਦੇ ਵਿੱਚ ਜਾਂ ਜਿਹੜਾ ਐਕਟ ਪਾਸ ਹੁੰਦਾ ਹੈ ਉਸ ਦੇ ਵਿੱਚ ਇਹ ਵੀ ਦੱਸਿਆ ਗਿਆ ਜਾਂ ਇਹ ਵੀ ਜਿਹੜੀ ਮੱਦ ਸੀ ਉਸ ਨੂੰ ਲਿਖਿਆ ਗਿਆ, ਬਾਕਾਇਦਾ ਨੋਟੀਫਾਈ ਕੀਤਾ ਗਿਆ ਹੈ ਵੀ ਪੁਲਿਸ ਆਪਣੀ ਤਫਤੀਸ਼ ਇਸ ਤਰੀਕੇ ਦੇ ਰੇਪ ਦੀ ਜਾਂ ਗੈਂਗਰੇਪ ਦੀ ਘਟਨਾ ਦੇ ਵਿੱਚ 2 ਮਹੀਨਿਆਂ ਦੇ ਵਿੱਚ ਮੁਕੰਮਲ ਕਰੇ ਤੇ ਅਦਾਲਤਾਂ 6 ਮਹੀਨਿਆਂ ਦੇ ਵਿੱਚ ਇਸ ਦਾ ਇਨਸਾਫ ਕਰਨ ਤੇ ਮਾਮਲੇ ਦਾ ਫੈਸਲਾ ਸੁਣਾਉਣ। ਲੇਕਿਨ ਜਿਵੇਂ ਪੰਜਾਬ ਦੇ ਇਸ ਮਹੀਨੇ ਵਿੱਚ ਆਪਾਂ ਪਿਛਲੇ 2.5 ਸਾਲ ਤੋਂ ਇਸ ਕੇਸ ਨੂੰ ਲਟਕਦਾ ਹੋਇਆ ਵੇਖ ਰਹੇ ਹਾਂ, ਲਗਭਗ ਉਸ ਵਕਤ ਜਦੋਂ ਕਰੋਨਾ ਨੇ ਨਹੀਂ ਵੀ ਸਟ੍ਰਾਈਕ ਕੀਤਾ ਸੀ ਤਦ ਵੀ ਇਸ ਕੇਸ ਨੂੰ 1.25 ਸਾਲ ਹੋ ਚੁੱਕਾ ਸੀ, ਜਿਸ ਤੋਂ ਤਕਰੀਬਨ 6 ਮਹੀਨੇ ਬਾਅਦ ਮੁੱਖ ਅਕਿਊਜ਼ ਨੂੰ ਬੇਲ ਮਿਲ ਗਈ, ਜੋ ਕਿ ਇੱਕ ਬਹੁਤ ਵੱਡਾ ਸੈਟਬੈਕ ਸੀ। ਹੁਣ ਸਮਝਣ ਵਾਲਾ ਵਿਸ਼ਾ ਇਹ ਹੈ ਵੀ ਬੇਸ਼ੱਕ ਕਾਨੂੰਨਾਂ ਦੇ ਵਿੱਚ ਅਸੀਂ ਕੁਝ ਵੀ ਲਿਖ ਦਈਏ, ਐਕਟਸ ਜਿਹੜੇ ਮਰਜ਼ੀ ਪਾਸ ਕਰ ਲਈਏ, ਲੇਕਿਨ ਜਦੋਂ ਤੱਕ ਅਦਾਲਤਾਂ ਕੋਲ ਸਮਾਂ ਨਹੀਂ ਹੋਏਗਾ, ਜਦੋਂ ਕੋਲ ਜੱਜਾਂ ਕੋਲ ਸਮਾਂ ਨਹੀਂ ਹੋਏਗਾ ਜਾਂ ਫਿਰ ਉਤਲੀਆਂ ਅਦਾਲਤਾਂ ਦੇ ਵਿੱਚ ਇਸ ਲੈਵਲ ਦੀ ਸੈਂਸਿਟੀਵਿਟੀ ਨਹੀਂ ਹੋਏਗੀ, ਜਿਵੇਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬੈਂਚ ਨੇ ਅਕਿਊਜ਼ ਨੂੰ, ਇੱਕ ਗੈਂਗ ਰੇਪਿਸਟ ਨੂੰ, ਇੱਕ ਸੀਰੀਅਲ ਗੈਂਗ ਰੇਪਿਸਟ ਨੂੰ, ਜੋ ਕਿ ਇੱਕ ਪੋਟੈਂਸ਼ੀਅਲ ਥ੍ਰੈਟ ਹੈ ਪੂਰੇ ਸਮਾਜ ਲਈ, ਉਸ ਬੰਦੇ ਨੇ ਜਿਸਨੇ ਕਿ ਨਾ ਸਿਰਫ ਇਸ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਬਲਕਿ ਇਸ ਤੋਂ ਪਹਿਲਾਂ ਵੀ ਕਰੀਬਨ ਅੱਧਾ ਦਰਜਨ ਲੜਕੀਆਂ ਦੇ ਨਾਲ ਉਸਨੇ ਜਬਰ ਜਨਾਹ ਕੀਤਾ ਸੀ। ਅਦਾਲਤ ਇਹ ਸਾਰੇ ਤੱਥਾਂ ਨੂੰ ਜਾਣਦਿਆਂ ਹੋਇਆਂ ਵੀ ਇਸ ਕਿਸਮ ਦੇ ਜਿਹੜੇ ਸੰਗੀਨ ਮੁਜਰਮ ਹੈਗੇ ਨੇ ਉਹਨਾਂ ਨੂੰ ਕਿਵੇਂ ਬੇਲਸ ਦੇ ਸਕਦੀ ਹੈ, ਜ਼ਮਾਨਤਾਂ ਕਿਵੇਂ ਮਿਲ ਸਕਦੀਆਂ ਨੇ, ਇਹ ਆਪਣੇ ਆਪ ਵਿੱਚ ਸਵਾਲ ਖੜੇ ਕਰ ਦੇਣ ਵਾਲਾ ਹੈ। ਹਾਈ ਕੋਰਟ ਦੀਆਂ ਅਦਾਲਤਾਂ, ਸੁਪਰੀਮ ਕੋਰਟ ਦੀਆਂ ਅਦਾਲਤਾਂ, ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਮੁੱਖ ਮੁਲਜ਼ਮ ਸੀ ਜਗਰੂਪ ਸਿੰਘ, ਉਸ ਦੀ ਜਿਹੜੀ ਜ਼ਮਾਨਤ ਹੈ ਉਸ ਨੂੰ ਬਰਕਰਾਰ ਰੱਖਿਆ ਹੈ। ਕਿਤੇ ਨਾ ਕਿਤੇ ਸਾਡੀਆਂ ਉਤਲੀਆਂ ਅਦਾਲਤਾਂ ਵੀ ਜ਼ਿੰਮੇਵਾਰ ਨੇ। ਹਾਈ ਕੋਰਟ ਤੇ ਸੁਪਰੀਮ ਕੋਰਟ ਜਿਨ੍ਹਾਂ ਨੇ ਜਗਰੂਪ ਸਿੰਘ ਵਰਗੇ ਮੇਨ ਅਕਿਊਜ਼ ਦੀ ਜਿਹੜੀ ਜ਼ਮਾਨਤ ਹੈ ਉਸ ਨੂੰ ਬਰਕਰਾਰ ਰੱਖਿਆ, ਉਸ ਨੂੰ ਉਹਨਾਂ ਨੇ ਕੁਐਸ਼ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਉਸ ਵਕਤ ਜਦੋਂ ਕਿ ਉਹਨਾਂ ਕੋਲ ਐਸਾ ਪੂਰਾ ਗਰਾਊਂਡ ਤੇ ਆਧਾਰ ਅਵੇਲੇਬਲ ਸੀ। ਅਸੀਂ ਆਪਣੇ ਐਡਵੋਕੇਟ ਜਨਰਲ ਆਫਿਸ ਦੀ, ਆਪਣੇ ਜਿਹੜੇ AAG ਜਾਂ DAG ਲੈਵਲ ਦੇ ਅਧਿਕਾਰੀ ਜੋ ਕਿ ਅਦਾਲਤਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੇਸ਼ ਹੋ ਕੇ ਪੈਰਵੀ ਕਰਦੇ ਨੇ ਕਿਸਮ ਦੇ ਮਾਮਲਿਆਂ ਦੀ, ਉਹਨਾਂ ਦੀ ਨਲਾਇਕੀ, ਢਿੱਲਾਪਣ ਜਾਂ ਜੋ ਮਰਜ਼ੀ ਐਟਰੀਬਿਊਟ ਕਰ ਲਈਏ, ਲੇਕਿਨ ਅਦਾਲਤਾਂ ਨੇ ਵੀ ਇੱਕ ਆਪਣਾ ਮਾਈਂਡ ਅਪਲਾਈ ਕਰਨਾ ਹੁੰਦਾ ਹੈ। ਕੇਸ ਟੂ ਕੇਸ ਮਾਮਲੇ ਦੀ ਸੈਂਸਿਟੀਵਿਟੀ ਤੇ ਉਹਦੀ ਗ੍ਰੈਵਿਟੀ ਨੂੰ ਦੇਖਿਆ ਜਾਣਾ ਬਹੁਤ ਜ਼ਰੂਰੀ ਹੈ। ਲੇਕਿਨ ਇਸ ਮਾਮਲੇ ਦੇ ਵਿੱਚ ਨਾ ਤਾਂ ਹਾਈ ਕੋਰਟ ਨੇ ਉਹ ਫਰਿਆਦ ਨੂੰ ਸੁਣਿਆ, ਨਾ ਹੀ ਸੁਪਰੀਮ ਕੋਰਟ ਨੇ ਕੋਈ ਰਿਲੀਫ ਉਸ ਪੀੜਤਾਂ ਨੂੰ ਘੱਟੋ ਘੱਟ ਉਸ ਜਿਹੜੇ ਮੁੱਖ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਰੱਖਣ ਦੇ ਨਜ਼ਰੀਏ ਨਾਲ ਦਿੱਤਾ। ਸੋ ਸਮਝਣ ਵਾਲੀ ਗੱਲ ਇਹ ਹੈ ਵੀ ਜਦੋਂ ਸਾਡਾ ਕ੍ਰਿਮੀਨਲ ਅਮੈਂਡਮੈਂਟ ਐਕਟ ਜੋ ਕਿ 2018 'ਚ ਪਾਸ ਕੀਤਾ ਜਾਂਦਾ ਹੈ, ਉਸ ਦੇ ਵਿੱਚ ਜੇ 2 ਮਹੀਨੇ ਦੇ ਵਿੱਚ ਤਫਤੀਸ਼ ਮੁਕੰਮਲ ਕਰਨਾ ਤੇ 6 ਮਹੀਨੇ ਦੇ ਵਿੱਚ ਇਸ ਮਾਮਲੇ ਦੇ ਮੁਕੱਦਮੇ ਨੂੰ ਨਿਪਟਾਉਣਾ ਇਹ ਸ਼ਾਮਲ ਹੈ। ਤੇ ਉਸ ਵਕਤ ਜਦੋਂ ਕਿ ਦੇਸ਼ ਦੇ ਜਿਹੜੇ ਲਾਅ ਮਿਨਿਸਟਰ ਹੈਗੇ ਨੇ ਉਹ ਸਾਰੇ ਸੂਬਿਆਂ ਨੂੰ ਜਾਂ ਸਾਰੇ ਜਿਹੜੇ ਹਾਈ ਕੋਰਟਸ ਨੇ ਉਹਨਾਂ ਨੂੰ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਵੀ ਅਸੀਂ ਮਹਿਲਾਵਾਂ ਦੇ ਖਿਲਾਫ ਜਿਹੜੇ ਹੋ ਰਹੇ ਜੁਰਮ ਹੈਗੇ ਨੇ ਉਹਨਾਂ ਦੇ ਮੁਤਲਕ ਦੇਸ਼ ਦੇ ਵਿੱਚ 1000 ਤੋਂ ਵੱਧ ਸਪੀਡੀ ਜਾਂ ਫਾਸਟ ਟਰੈਕ ਜਿਹੜੀਆਂ ਕੋਰਟਸ ਹੈ ਉਹ ਬਣਾਵਾਂਗੇ ਤੇ ਇਸ ਦੇ ਨਾਲ ਹੀ ਲਗਭਗ ਦੇਸ਼ ਦੇ ਵਿੱਚ 2.25 ਲੱਖ ਦੇ ਕਰੀਬ ਐਸੇ ਮੁਕੱਦਮੇ ਨੇ ਜਾਂ ਐਸੇ ਕੇਸਿਸ ਨੇ ਜੋ ਕਿ ਮਹਿਲਾਵਾਂ ਦੇ ਖਿਲਾਫ ਜਿਹੜੇ ਜੁਰਮ ਹੈਗੇ ਨੇ ਉਹਨਾਂ ਨਾਲ ਰਿਲੇਟ ਕਰਦੇ ਨੇ। ਉਹਨਾਂ ਦੇ ਵਿੱਚ ਸੰਗੀਨ ਰੇਪ, ਗੈਂਗ ਰੇਪ ਤੋਂ ਲੈ ਕੇ ਮੋਲੈਸਟੇਸ਼ਨ ਦੇ ਬਹੁਤ ਸੇ ਕੇਸਿਸ ਨੇ। ਜਦੋਂ ਇਹਨਾਂ ਮਾਮਲਿਆਂ ਨੂੰ ਆਪਾਂ ਫਾਸਟ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਨਜ਼ਰਾਂ ਦੇ ਵਿੱਚ ਇਹ ਸੋਚ ਕੇ ਧਾਰ ਕੇ ਚੱਲਦੇ ਹਾਂ ਵੀ ਇਹ ਮਾਮਲਿਆਂ ਨੂੰ ਅਸੀਂ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਨਿਆਂਪਾਲਿਕਾ ਜੁਡੀਸ਼ੀਅਲ ਸਿਸਟਮ ਫਾਸਟ ਟਰੈਕ ਹੁੰਦਾ ਹੋਇਆ ਵੇਖੇ, ਤਾਂ ਉਸ ਵਿੱਚ ਸੰਸਾਧਨਾਂ ਦੀ ਕਮੀ ਇੱਕ ਅੜਿੱਕਾ ਬਣ ਜਾਂਦੀ ਹੈ। ਲੇਕਿਨ ਸੰਸਾਧਨਾਂ ਤੋਂ ਇਲਾਵਾ ਸਾਡੀ ਇੱਕ ਜਿਹੜੀ ਬੈਂਟ ਹੈ, ਸਾਡਾ ਇੱਕ ਮਾਨਸਿਕਤਾ ਹੈ, ਉਸ ਦੇ ਵਿੱਚ ਬਦਲਾਅ ਦੀ ਬਹੁਤ ਜ਼ਿਆਦਾ ਲੋੜ ਹੈ। ਖਾਸ ਕਰਕੇ ਉਤਲੀਆਂ ਅਦਾਲਤਾਂ ਜਿਨ੍ਹਾਂ ਨੇ ਕਿ ਇਸ ਮਾਮਲੇ ਦੇ ਵਿੱਚ ਇੱਕ ਤਰੀਕੇ ਨਾਲ ਫੇਲ ਕੀਤਾ ਹੈ ਉਸ ਸਪਿਰਿਟ ਨੂੰ ਜੋ ਕਿ ਕ੍ਰਿਮੀਨਲ ਅਮੈਂਡਮੈਂਟ ਐਕਟ 2018 ਜੋ ਕਿ 2012 ਦੇ ਉਸ ਨਿਰਭਇਆ ਦੇ ਕੇਸ ਤੋਂ ਪ੍ਰੇਰਿਤ ਹੋ ਕੇ ਬਣਦਾ ਹੈ ਉਸ ਨੂੰ। ਤੇ ਸਮਝਣ ਵਾਲੀ ਗੱਲ ਇਹ ਵੀ ਹੈ ਵੀ ਦੇਸ਼ ਦੇ ਵਿੱਚ ਕਠੂਆ ਤੋਂ ਲੈ ਕੇ ਉਨਾਓ ਤੱਕ ਤੇ ਕਾਨਪੁਰ ਤੋਂ ਲੈ ਕੇ ਹੈਦਰਾਬਾਦ ਤੱਕ ਅਸੀਂ ਬਹੁਤ ਵੱਡੇ ਸੰਗੀਨ ਬਲਾਤਕਾਰ ਦੇ ਮਾਮਲੇ ਦੇਖੇ ਹੈ। ਹੈਦਰਾਬਾਦ ਦਾ ਤੁਹਾਨੂੰ ਉਹ ਕੇਸ ਯਾਦ ਹੋਏਗਾ ਜਿਸ ਵਿੱਚ ਕਿ ਇੱਕ ਮਹਿਲਾ ਦੇ ਨਾਲ ਰੇਪ ਹੋਇਆ, ਕਿਸ ਤਰੀਕੇ ਨਾਲ ਟੋਲ ਟੈਕਸ ਦੇ ਉੱਤੇ ਉਸਦੀ ਸਕੂਟੀ ਦਾ ਪੈਟਰੋਲ ਖਤਮ ਹੋ ਜਾਂਦਾ, ਉਸ ਦੇ ਵਿੱਚ ਕੁਝ ਨੁਕਸ ਪੈਂਦਾ ਹੈਗਾ ਤੇ ਉਸ ਨੂੰ ਲੋਕ ਮਦਦ ਕਰਨ ਦੀ ਥਾਂ ਉਸ ਦੇ ਨਾਲ ਬਲਾਤਕਾਰ ਕਰਦੇ ਨੇ, ਗੈਂਗ ਰੇਪ ਹੁੰਦਾ ਤੇ ਉਸ ਤੋਂ ਬਾਅਦ ਉਸ ਨੂੰ ਸਾੜ ਕੇ ਸਿੱਟਤਾ ਜਾਂਦਾ ਹੈ। ਜਦੋਂ ਅਕਿਊਜ਼ ਨੂੰ ਇਸ ਮਾਮਲੇ 'ਚ ਫੜਿਆ ਗਿਆ ਜਾਂ ਫੜਿਆ ਜਾਂਦੇ ਨੇ, ਉਸ ਤੋਂ ਬਾਅਦ ਪੁਲਿਸ ਜਿਹੜੇ ਉੱਥੇ ਦੇ ਕਮਿਸ਼ਨਰ ਹੁੰਦੇ ਨੇ ਉਹਨਾਂ ਨੇ ਇਸ ਮਾਮਲੇ ਨੂੰ ਅਦਾਲਤ ਵਿੱਚ ਲਿਜਾਣ ਦੀ ਬਜਾਏ ਉਹ ਜਿਹੜੇ ਅਕਿਊਜ਼ ਸਨ ਉਹਨਾਂ ਦਾ ਐਨਕਾਊਂਟਰ ਸਵੇਰੇ ਕਰ ਦਿੱਤਾ। ਹੁਣ ਇਹ ਇੱਕ ਬਹੁਤ ਵੱਡੀ ਘਟਨਾਕ੍ਰਮ ਸੀ। ਇਹ ਸਮਝਣ ਵਾਲੀ ਗੱਲ ਹੈ ਵੀ ਅੱਜ ਪੰਜਾਬ ਪੁਲਿਸ ਜਾਂ ਲੁਧਿਆਣਾ ਦਿਹਾਤੀ ਪੁਲਿਸ ਦਾ ਜਿਹੜਾ ਮਨੋਬਲ ਹੈ ਜਾਂ ਉਸ ਦਾ ਜਿਹੜਾ SSP ਹੈ ਜਾਂ ਜਿਹੜੇ ਕਮਿਸ਼ਨਰ ਜਾਂ ਪੰਜਾਬ ਦੇ DGP ਹੈ, ਉਹਨਾਂ ਕੋਲ ਕੀ ਕਾਰਨ ਨਹੀਂ ਹੋਣਾ ਚਾਹੀਦਾ ਵੀ ਇਸ ਕਿਸਮ ਦੇ ਜਿਹੜੇ ਗੈਂਗ ਰੇਪਿਸਟ ਜਾਂ ਸੀਰੀਅਲ ਗੈਂਗ ਰੇਪਿਸਟ ਨੇ, ਜਗਰੂਪ ਸਿੰਘ ਵਰਗੇ, ਸਾਦਿਕ ਅਲੀ ਵਰਗੇ, ਸੈਫ ਅਲੀ ਵਰਗੇ, ਅਜੇ ਵਰਗੇ, ਸੁਰਮੂ ਵਰਗੇ, ਇਹ 5 ਅਕਿਊਜ਼ ਜਿਨ੍ਹਾਂ ਦੀ ਤਸਵੀਰਾਂ ਵੀ ਤੁਸੀਂ ਲਗਾਤਾਰ ਸਕੈਚਿਸ ਦੀ ਸ਼ਕਲ ਵਿੱਚ ਇਸ ਵੀਡੀਓ ਵਿੱਚ ਵੇਖੀਆਂ ਨੇ, ਵੇਖ ਰਹੇ ਹੋ, ਇਹ ਲੋਕਾਂ ਦੇ ਵੀ ਐਨਕਾਊਂਟਰ ਪੁਲਿਸ ਕਿਉਂ ਨਾ ਕਰੇ ਜੋ ਹੈਦਰਾਬਾਦ ਦੇ ਵਿੱਚ ਇੱਕ ਪੁਲਿਸ ਕਮਿਸ਼ਨਰ ਨੇ ਕੀਤਾ ਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇੱਕ ਡਿਬੇਟ ਸ਼ੁਰੂ ਹੋ ਗਿਆ ਵੀ ਕੀ ਪੁਲਿਸ ਕਮਿਸ਼ਨਰ ਨੇ ਠੀਕ ਕੀਤਾ। ਹਾਲਾਂਕਿ ਉਹਨਾਂ ਨੇ ਆਪਣੀ ਜਿਹੜੀ ਸਟੈਂਡਰਡ ਪੁਲਿਸ ਦੀ ਥਿਉਰੀ ਹੁੰਦੀ ਹੈ ਵੀ ਪੁਲਿਸ ਕਸਟਡੀ ਚੋਂ ਭੱਜਣ ਦੀ ਨਾ ਅਕਿਊਜ਼ ਨੇ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੋਲੀ ਮਾਰਤੀ ਗਈ। ਲੇਕਿਨ ਸਵਾਲ ਇਹੀ ਖੜਾ ਹੁੰਦਾ ਹੈ ਵੀ ਜੇ ਸਾਡੀਆਂ ਅਦਾਲਤਾਂ, ਉਤਲੀਆਂ ਅਦਾਲਤਾਂ ਇੰਨੇ ਸੌਖੇ ਤਰੀਕੇ ਨਾਲ, ਇਹ ਰੇਪਿਸਟ ਨਹੀਂ ਸੀ,
ਇਹ ਗੈਂਗ ਰੇਪਿਸਟ ਵੀ ਨਹੀਂ ਸੀ ਬਲਕਿ ਇੱਕ ਸੀਰੀਅਲ ਰੇਪਿਸਟ ਹੈ ਜੋ ਅੱਜ ਪੰਜਾਬ ਦੇ ਵਿੱਚ ਖੁੱਲੇ ਆਮ ਘੁੰਮ ਰਿਹਾ ਹੈ। ਉਹ ਸੀਰੀਅਲ ਰੇਪਿਸਟ ਜਿਸਨੇ ਕਿ ਲੁਧਿਆਣਾ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ 7-7 ਹੋਰ ਮਹਿਲਾਵਾਂ ਦੇ ਨਾਲ ਰੇਪ ਕੀਤੇ ਨੇ, ਗੈਂਗ ਰੇਪ ਕੀਤੇ ਨੇ। ਉਹਦੀਆਂ ਤਸਵੀਰਾਂ ਐਵੀਡੈਂਸਿਸ ਪੁਲਿਸ ਕੋਲ ਹੈਗੀਆਂ ਨੇ, ਉਹਨਾਂ ਦੇ ਰਿਕਾਰਡ ਦਾ ਹਿੱਸਾ ਨੇ। ਸੋ ਸਵਾਲ ਇਹ ਹੈ ਵੀ ਪੁਲਿਸ ਨੂੰ ਕੀ ਚੀਜ਼ ਰੋਕਦੀ ਹੈ ਵੀ ਇਸ ਕਿਸਮ ਦੇ ਲੋਕਾਂ ਦਾ ਐਨਕਾਊਂਟਰ ਕਰੇ। ਤੇ ਜੇ ਹੈਦਰਾਬਾਦ ਦੇ ਫਿਰ ਕਮਿਸ਼ਨਰ ਨੇ ਕੁਝ ਕੀਤਾ ਕਿ ਉਹਨੇ ਗਲਤ ਕੀਤਾ, ਉਸ ਤੋਂ ਬਾਅਦ ਬਹੁਤ ਡਿਬੇਟਾਂ ਹੋਈਆਂ, ਬਹੁਤ ਸੇ ਜੁਡੀਸ਼ੀਅਲ ਲਿਊਮਿਨਰੀਜ਼ ਜਿਹਨੂੰ ਕਹਿੰਦੇ ਨੇ ਬੜਾ ਦਿਮਾਗ ਲਗਾਉਂਦੇ ਨੇ, ਮੋਟੀਆਂ-ਮੋਟੀਆਂ ਕਾਨੂੰਨ ਦੀਆਂ ਕਿਤਾਬਾਂ ਪੜ੍ਹਦੇ ਨੇ, ਪੜ੍ਹਵਾਉਂਦੇ ਨੇ। ਤੇ ਜਦੋਂ ਉਹ ਜਿਹੇ ਜੱਜਾਂ ਦੇ ਉੱਤੇ ਸਵਾਲ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਇਸ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇਹ ਕਹਿੰਦੇ ਨੇ ਵੀ ਇਹ ਜਿਹੜੀ ਕਿਸਮ ਦੀ ਜਿਹੜੀ ਬਦਲਾਖੋਰੀ ਦੀ ਭਾਵਨਾ ਹੈ ਇਹ ਕਾਨੂੰਨ ਤੇ ਨਿਆਂਪਾਲਿਕਾ ਜਾਂ ਨਿਆਂ ਵਿਵਸਥਾ ਜਾਂ ਜਿਹੜਾ ਨਿਆਂ ਦਾ ਕਨਸੈਪਟ ਹੈ, ਦ ਕਨਸੈਪਟ ਆਫ ਜਸਟਿਸ ਨੂੰ ਰਿਪਲੇਸ ਨਹੀਂ ਕਰ ਸਕਦੀ। ਬਿਲਕੁਲ ਠੀਕ ਹੈ, ਰਿਪਲੇਸ ਨਹੀਂ ਕਰਨਾ ਚਾਹੀਦਾ, ਲੇਕਿਨ ਹੁਣ ਕਾਨੂੰਨ ਵੀ ਤੁਹਾਨੂੰ ਇਸ ਚੀਜ਼ ਲਈ ਐਮਪਾਵਰ ਕਰਦਾ ਹੈ। ਕ੍ਰਿਮੀਨਲ ਅਮੈਂਡਮੈਂਟ ਐਕਟ 2018 ਦੇ ਵਿੱਚ ਉਹ ਪ੍ਰੋਵੀਜ਼ਨਸ ਨੇ ਮਾਮਲਿਆਂ ਦੇ ਸਪੀਡੀ ਟ੍ਰਾਇਲ ਕਰਾਉਣ ਦੇ ਵਿੱਚ ਸੰਸਾਧਨ ਇੱਕ ਲਿਮਿਟੇਸ਼ਨ ਹੋ ਸਕਦੇ ਹੈ, ਲੇਕਿਨ ਜੇ ਸੰਸਾਧਨਾਂ ਦੀ ਲਿਮਿਟੇਸ਼ਨ ਨੂੰ ਸਾਡੀਆਂ ਅਦਾਲਤਾਂ ਬਹੁਤ ਸੌਖੇ ਤਰੀਕੇ ਨਾਲ ਸਮਝਦੀਆਂ ਨੇ ਤੇ ਇਹ ਵੀ ਮੰਨਦੀਆਂ ਨੇ ਵੀ ਜਿਹੜੇ ਸਾਡੇ ਟ੍ਰਾਇਲਸ ਨੇ ਉਹਨਾਂ ਦੇ ਵਿੱਚ ਢਿੱਲ ਹੋ ਰਹੀ ਹੈ, ਉਹਨਾਂ ਦੇ ਵਿੱਚ ਦੇਰੀ ਹੋ ਰਹੀ ਹੈ, ਲੇਕਿਨ ਇਹ ਸਾਰੀਆਂ ਸੰਸਾਧਨਾਂ ਦੀ ਕਮੀਆਂ ਦਾ ਫਾਇਦਾ ਸਿਰਫ ਐਕਿਊਜ਼ ਨੂੰ ਕਿਉਂ ਹੁੰਦਾ ਹੈ, ਉਹਨਾਂ ਮੁਲਜ਼ਮਾਂ ਨੂੰ ਕਿਉਂ ਹੁੰਦਾ ਹੈ? ਉਸ ਪੱਖੋਂ ਕਾਫੀ ਕੁਝ ਸੋਚਣ ਤੇ ਵਿਚਾਰਨ ਦੀ ਲੋੜ ਹੈ। ਬਹਰਹਾਲ ਇਸ ਮਾਮਲੇ ਦੇ ਵਿੱਚ ਜਿਹੜੀ ਹੁਣ ਤਸੱਲੀ ਬਖਸ਼ ਗੱਲ ਹੈਗੀ ਹੈ, ਕਿਉਂਕਿ ਮੇਰੀ ਲੁਧਿਆਣਾ ਦੇਹਾਤੀ ਦੇ ਐਸਐਸਪੀ ਨਾਲ ਇਸ ਪੂਰੀ ਰਿਪੋਰਟ ਜਾਂ ਇਸ ਪੂਰੇ ਵੀਡੀਓ ਨੂੰ ਬਣਾਏ ਜਾਣ ਤੋਂ ਪਹਿਲਾਂ ਗੱਲ ਹੋਈ ਹੈ। ਉਹਨਾਂ ਨੇ ਆਪਣੀ ਤਸੱਲੀ ਪ੍ਰਗਟਾਈ ਹੈ। ਹਾਲਾਂਕਿ ਪੁਲਿਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਐਜੀਟੇਸ਼ਨ ਬੀਤੇ ਕਈ ਮਹੀਨਿਆਂ ਤੋਂ ਸੀ ਕਿ ਮੇਨ ਅਕਿਊਜ਼ ਨੂੰ ਬੇਲ ਕਿਉਂ ਮਿਲੀ, ਲੇਕਿਨ ਉਹ ਮੰਨਦੇ ਹੈਗੇ ਨੇ ਵੀ ਜ਼ਿਆਦਾਤਰ ਜਿਹੜੇ ਪ੍ਰੋਸੀਕਿਊਸ਼ਨ ਦੇ ਵਿਟਨੈਸਿਸ ਹੈਗੇ ਨੇ ਉਹਨਾਂ ਨੂੰ ਭੁਗਤਾਤਾ ਗਿਆ ਹੈ ਤੇ ਇਸ ਮਾਮਲੇ ਦਾ ਜਿਹੜਾ ਟ੍ਰਾਇਲ ਹੈ ਉਹ ਹੁਣ ਇੱਕ ਤਰੀਕੇ ਨਾਲ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਮਾਮਲੇ ਦੇ ਵਿੱਚ ਜਗਰੂਪ ਸਿੰਘ ਦੇ ਨਾਲ ਦੇ ਜਿਹੜੇ ਹੋਰ ਕੋ ਐਕਿਊਜ਼ਡ ਹੈਗੇ ਨੇ, ਯਾਨੀ ਕਿ ਹੋਰ ਮੁਲਜ਼ਮ ਹੈਗੇ ਨੇ, ਉਹਨਾਂ ਨੇ ਵੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀਆਂ ਅਰਜ਼ੀਆਂ ਪਾ ਰੱਖੀਆਂ ਨੇ, ਲੇਕਿਨ ਸ਼ੁਕਰ ਦੀ ਗੱਲ ਇਹ ਹੈ ਵੀ ਹਜੇ ਤੱਕ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਜ਼ਮਾਨਤ ਹੈ ਉਹ ਨਹੀਂ ਮਿਲੀ ਹੈ। ਸਾਡੇ ਸਿਸਟਮ ਨੂੰ, ਸਾਡੀਆਂ ਅਦਾਲਤਾਂ ਨੂੰ ਤੇ ਸਾਡੀ ਨਿਆਂਪਾਲਿਕਾ, ਨਿਆਂ ਪ੍ਰਣਾਲੀ ਨੂੰ ਇਹ ਚੀਜ਼ ਮਹਿਸੂਸ ਕਰਨੀ ਪਏਗੀ, ਇਸ ਚੀਜ਼ ਦੇ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਬਣਾਉਣੀ ਪਏਗੀ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਮਹਿਲਾ ਵਿਕਟਮ ਹੈ, ਪੀੜਤਾ ਹੈ, ਉਸ ਦੇ ਧਿਆਨ ਨੂੰ, ਉਸ ਦੇ ਪੱਖ ਨੂੰ ਨਜ਼ਰ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਮੌਕੇ ਮੈਂ ਕਾਨਪੁਰ ਦੀ ਉਸ ਘਟਨਾ ਜਾਂ ਉਸ ਵਾਰਦਾਤ ਦਾ ਵੀ ਧਿਆਨ ਜਾਂ ਚੇਤਾ ਦਿਵਾਉਣਾ ਚਾਹਾਂਗਾ ਜਿੱਥੇ ਕਿ ਇੱਕ 13 ਸਾਲ ਦੀ ਮਹਿਲਾ ਦੇ ਨਾਲ, ਬੱਚੀ ਦੇ ਨਾਲ ਰਾਦਰ ਬਲਾਤਕਾਰ ਹੋਇਆ ਤੇ ਇਸ ਬੱਚੀ ਦੇ ਨਾਲ ਬਲਾਤਕਾਰ ਹੋਣ ਤੋਂ ਬਾਅਦ ਇਸ ਦੇ ਪਿਤਾ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਜਿਹੜੇ ਲੋਕਾਂ ਨੇ ਉਹ ਬਲਾਤਕਾਰ ਕੀਤਾ ਸੀ। ਤੇ ਬਾਅਦ ਦੇ ਵਿੱਚ ਜਦੋਂ ਇਸ ਦੇ ਪਿਤਾ ਨੇ ਸ਼ਿਕਾਇਤ ਵੀ ਦਰਜ ਕਰਾਈ ਤੇ ਚਾਰਾਜ਼ੋਈ ਮਾਮਲੇ ਦੀ ਕਰਨ ਦੇ ਵਕਤ ਉਹ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਜ਼ਖਮੀ ਆਪਣੀ ਬੇਟੀ ਦਾ ਉਪਚਾਰ ਕਰ ਰਹੇ ਸਨ। ਉਹਨਾਂ ਨੂੰ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਟਰੱਕ ਨੇ ਕੁਚਲ ਕੇ ਮਾਰ ਦਿੱਤਾ ਸੀ। ਇਹ ਉਹ ਘਟਨਾ ਸੀ ਜਿਸ ਵਿੱਚ ਕਿ ਥ੍ਰੈਟਸ ਆ ਰਹੇ ਸਨ, ਧਮਕੀਆਂ ਆ ਰਹੀਆਂ ਸਨ। ਇਸ ਤਰੀਕੇ ਦੀਆਂ ਮਿਸਾਲਾਂ ਸਾਡੇ ਸਿਸਟਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਘੱਟ ਨਹੀਂ ਹੈਗੀਆਂ ਨੇ। ਕੀ ਸਾਡੀ ਹਾਈ ਕੋਰਟਾਂ ਨੂੰ ਤੇ ਸਾਡੀ ਸੁਪਰੀਮ ਕੋਰਟਾਂ ਨੂੰ ਇਹ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ? ਤੇ ਇਸ ਮਾਮਲਿਆਂ ਦੇ ਵਿੱਚ ਐਡੇ ਗੰਭੀਰ, ਸੰਗੀਨ, ਠੀਕ ਹੈ, ਸਾਡੇ ਦੇਸ਼ ਦੇ ਵਿੱਚ ਬਹੁਤ ਸੇ ਝੂਠੇ ਬਲਾਤਕਾਰ ਦੇ ਜਾਂ ਜਬਰ ਜਿਨ੍ਹਾਂ ਦੇ ਇਲਜ਼ਾਮ ਵੀ ਲੱਗਦੇ ਨੇ ਤੇ ਸਾਡਾ ਕਨਵਿਕਸ਼ਨ ਰੇਟ ਬਹੁਤ ਲੋ ਹੈ। ਤੇ ਇਹ ਵੀ ਸਮਝ ਵਿੱਚ ਆਉਂਦਾ ਵੀ ਕਰੀਬਨ 65-70% ਐਸੇ ਮਾਮਲੇ ਹੁੰਦੇ ਨੇ ਜਿਹਦੇ ਵਿੱਚ ਕਿ ਕਈ ਵਾਰ ਝੂਠੇ, ਕਈ ਵਾਰ ਕਿ ਬਹੁਤ ਵਾਰ ਜਿਹੜੇ ਝੂਠੇ ਇਲਜ਼ਾਮ ਹੁੰਦੇ ਨੇ ਉਹ ਸਥਾਪਿਤ ਹੁੰਦੇ ਨੇ ਤੇ ਜਿਹੜੇ ਅਕਿਊਜ਼ਡ ਹੈ ਉਹ ਪਾਕ ਸਾਫ਼ ਨਿਕਲ ਕੇ ਇਹੋ ਜਿਹੇ ਮਾਮਲਿਆਂ 'ਚੋਂ ਆਉਂਦੇ ਨੇ। ਲੇਕਿਨ ਇਸ ਦਾ ਇਹ ਮਤਲਬ ਨਹੀਂ ਵੀ ਤੁਸੀਂ ਗੈਂਗ ਰੇਪ ਜਾਂ ਸੀਰੀਅਲ ਗੈਂਗ ਰੇਪ ਦੇ ਜਿਹੜੇ ਦੋਸ਼ੀ ਨੇ ਜਾਂ ਮੁਲਜ਼ਮ ਹੈਗੇ ਨੇ, ਜਿਨ੍ਹਾਂ ਦਾ ਐਡਾ ਵੱਡਾ ਐਵੀਡੈਂਸ ਪੁਲਿਸ ਦੇ ਹੱਥ ਵਿੱਚ ਹੈ ਤੇ ਪੁਲਿਸ ਸਿਰਫ ਕਾਰਵਾਈ ਇਸ ਵਾਸਤੇ ਨਹੀਂ ਕਰ ਪਾ ਰਹੀ ਵੀ ਹੋਰ ਦਰਜਨਾਂ, ਜਿਹੜੀਆਂ ਅੱਧਾ ਦਰਜਨ ਦੇ ਕਰੀਬ ਜਿਹੜੀ ਮਹਿਲਾਵਾਂ ਨੇ ਜਾਂ ਲੜਕੀਆਂ ਸਾਹਮਣੇ ਨਹੀਂ ਆ ਰਹੀਆਂ, ਅਦਰਵਾਈਜ਼ ਕੋਈ ਇਸ ਚੀਜ਼ ਦੇ ਵਿੱਚ ਕੋਈ ਸ਼ੰਕਾ ਸ਼ੁਬਾ ਨਹੀਂ ਹੈ ਵੀ ਇਹ ਉਹ ਸਮਾਜ ਦੇ ਸੰਗੀਨ ਮੁਜਰਮ ਹੈਗੇ ਨੇ, ਉਹ ਕ੍ਰਿਮੀਨਲਸ ਹੈਗੇ ਨੇ, ਉਹ ਭੇੜੀਏ ਹੈਗੇ ਨੇ ਜੋ ਕਿ ਅੱਜ ਖੁੱਲ੍ਹੇਆਮ ਸਾਡੇ ਸਿਸਟਮ ਦੇ ਵਿੱਚ ਵਿਚਰ ਰਹੇ ਨੇ, ਘੁੰਮ ਰਹੇ ਨੇ। ਸੋ ਅਦਾਲਤਾਂ ਨੂੰ ਸੋਚਣ ਦੀ ਲੋੜ ਹੈ, ਸੁਪਰੀਮ ਕੋਰਟਾਂ ਨੂੰ ਸੋਚਣ ਦੀ ਲੋੜ ਹੈ ਤੇ ਕਿਤੇ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਜਾਂ ਕੋਟਕਪੂਰਾ ਫਾਇਰਿੰਗ ਦੇ ਮਾਮਲੇ ਦੇ ਵਿੱਚ ਇੱਕ ਹਾਈ ਕੋਰਟ ਦਾ ਫੈਸਲਾ ਆਉਂਦਾ ਹੈ ਤੇ ਉਸ ਫੈਸਲੇ ਦੇ ਉੱਤੇ ਮੈਂ ਇੱਕ ਡਿਟੇਲ ਨਾਲ, ਤਫਸੀਲ ਦੇ ਵਿੱਚ ਵੀਡੀਓ ਬਣਾਈ ਹੈ। ਕਿੰਨੀਆਂ ਕਮੀਆਂ ਤੇ ਕਿੰਨੇ ਨੁਕਸ ਉਸ ਹਾਈ ਕੋਰਟ ਦੇ ਫੈਸਲੇ ਵਿੱਚ ਸੀ। ਉਸ ਹਾਈ ਕੋਰਟ ਦੇ ਫੈਸਲੇ ਨੂੰ ਪਤਾ ਨਹੀਂ ਪੰਜਾਬ ਸਰਕਾਰ ਨੇ ਅਜੇ ਤੱਕ ਚੁਣੌਤੀ ਦਿੱਤੀ ਹੈ, ਨਹੀਂ ਦਿੱਤੀ, ਲੇਕਿਨ ਅਸੀਂ ਤਾਂ ਆਪਣੇ ਇਸ ਮੰਚ ਤੋਂ ਉਸ ਹਾਈ ਕੋਰਟ ਦੇ ਫੈਸਲੇ ਨੂੰ ਬੁਰੀ ਤਰ੍ਹਾਂ ਭੰਡਿਆ ਹੈ। ਉਸੇ ਰੋਸ਼ਨੀ ਦੇ ਵਿੱਚ ਅੱਜ ਇਸ ਕੇਸ ਦੀ ਰੋਸ਼ਨੀ ਦੇ ਵਿੱਚ ਹਾਈ ਕੋਰਟ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਉਸ ਕਿਸ ਤਰੀਕੇ ਨਾਲ ਫੈਸਲੇ ਸੁਣਾਉਂਦੇ ਨੇ, ਕਿੰਨਾ ਕੋ ਤਰਾਜੂ ਲੈ ਕੇ ਹੱਥ ਵਿੱਚ ਬੈਠੇ ਹੁੰਦੇ ਨੇ, ਜਿੱਥੇ ਕਿ ਇੱਕ ਪਾਸੇ ਐਕਿਊਜ਼ੇਸ਼ਨ ਹੁੰਦੀ ਹੈ, ਦੂਜੇ ਪਾਸੇ ਡਿਫੈਂਸ ਹੁੰਦਾ ਹੈ, ਲੇਕਿਨ ਡਿਫੈਂਸ ਨੂੰ, ਯਾਨੀ ਕਿ ਜਿਹੜੇ ਅਕਿਊਜ਼ ਹੁੰਦੇ ਨੇ, ਉਹਨਾਂ ਨੂੰ ਇਸ ਦਾ ਲਾਹਾ ਤੇ ਫਾਇਦਾ ਮਿਲਦਾ ਹੈ। ਇਹ ਹਰ ਕੇਸ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ। ਐਸਾ ਕਿਉਂ ਹੋ ਰਿਹਾ ਹੈ? ਕਿਸੇ ਮਾਮਲੇ ਦੇ ਵਿੱਚ ਅਸੀਂ ਆਪਣੀ ਤਫਤੀਸ਼ ਦੇ ਵਿੱਚ ਢਿੱਲ ਬਣ ਸਕਦੇ ਹਾਂ, ਲੇਕਿਨ ਲੁਧਿਆਣਾ ਦੇ ਈਸੇਵਾਲ ਦੇ ਇਸ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਢਿੱਲ ਨਹੀਂ ਸੀ। ਸੋ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ, ਮਹਿਲਾਵਾਂ ਦੇ ਖਿਲਾਫ ਜਿਹੜੇ ਜੁਰਮ ਹੋ ਰਹੇ ਨੇ, ਉਹਨਾਂ ਦੇ ਖਿਲਾਫ ਜਿਹੜੇ ਅਪਰਾਧ ਹੋ ਰਹੇ ਨੇ, ਉਹਨਾਂ ਉੱਤੇ ਠੱਲ ਪਾਉਣ ਦੇ ਨਜ਼ਰੀਏ ਨਾਲ ਕਾਨੂੰਨ ਵੀ ਸਖਤ ਕਰਤੇ, ਸਜ਼ਾਵਾਂ ਵੀ 7 ਸਾਲ ਤੋਂ ਲੈ ਕੇ 10 ਸਾਲ 20 ਸਾਲ ਤੇ ਲਾਈਫ ਇੰਪ੍ਰਿਜ਼ਨਮੈਂਟ ਜਾਂ ਫਿਰ ਫਾਂਸੀ ਦੀ ਸਜ਼ਾ ਦੇ ਵਿੱਚ ਤਬਦੀਲ ਕਰਤੀ। ਫਾਸਟ ਟਰੈਕਿੰਗ ਦੀ ਵੀ ਗੱਲ ਹੋ ਗਈ, ਲੇਕਿਨ ਇਨਸਾਫ ਹਜੇ ਵੀ ਉੱਥੇ ਦਾ ਉੱਥੇ ਹੀ ਖੜਾ ਹੈ। ਕਛੂਏ ਦੀ ਰਫ਼ਤਾਰ ਦੇ ਨਾਲ ਮੁਕੱਦਮੇ ਚੱਲਦੇ ਨੇ ਅਦਾਲਤਾਂ ਦੇ ਵਿੱਚ ਤੇ ਜਿਹੜੇ ਪੀੜਤ ਹੈਗੇ ਨੇ ਉਹ ਅੱਜ ਵੀ ਆਪਣੇ ਉੱਤੇ, ਆਪਣੇ ਬੂਤੇ, ਆਪਣੇ ਮਨੋਬਲ ਤੇ ਆਪਣੇ ਸਿਦਕ ਦਾ
ਸਦਕਾ ਹੀ ਇਸ ਲੜਾਈ ਨੂੰ ਲੜ ਰਹੇ ਨੇ। ਸਾਡੀ ਸਿਸਟਮ ਤੇ ਸਭ ਤੋਂ ਵੱਡੀ ਸਾਡੀ ਨਿਆਂ ਪ੍ਰਣਾਲੀ ਤੇ ਨਿਆਂਪਾਲਿਕਾ ਨੇ ਉਹਨਾਂ ਵਿਕਟਮਸ ਨੂੰ, ਉਹਨਾਂ ਪੀੜਤਾਂ ਨੂੰ ਜੋ ਕਿ ਕਿਤੇ ਨਾ ਕਿਤੇ ਖਬਰਾਂ ਸੁਣ ਕੇ ਜਾਂ ਇਹ ਜਿਹੜੀਆਂ ਵੀਡੀਓ ਰਿਪੋਰਟਸ ਵੇਖ ਲਏ ਜਾਂ ਕਾਨੂੰਨ ਦੇ ਵਿੱਚ ਹੋਈ ਸਖਤੀ ਨੂੰ ਦੇਖ ਕੇ ਉਤਸ਼ਾਹਿਤ ਵੀ ਹੁੰਦੇ ਨੇ ਜਾਂ ਇਹਨਾਂ ਨੂੰ ਹੌਸਲਾ ਵੀ ਮਿਲਦਾ ਹੈ, ਉਹ ਵਿਸ਼ਵਾਸ ਕਰ ਬੈਠਦੇ ਨੇ ਸਿਸਟਮ ਉੱਤੇ, ਲੇਕਿਨ ਇਹ ਸਿਸਟਮ ਉਸ ਲਾਇਕ ਨਹੀਂ ਹੈ। ਇੱਥੇ ਜਾਂਦੇ ਜਾਂਦੇ ਇਸ ਵੀਡੀਓ ਦੇ ਵਿੱਚ ਮੈਂ ਉਹਨਾਂ ਘੱਟੋ ਘੱਟ ਅੱਧਾ ਦਰਜਨ ਲੜਕੀਆਂ ਦੀ ਵੀ ਗੱਲ ਕਰਨਾ ਚਾਹਾਂਗਾ ਜਿਨ੍ਹਾਂ ਦੇ ਨਾਲ ਇਹ ਜਬਰ ਜਨਾਹ ਹੋਇਆ, ਠੀਕ ਉਹਨਾਂ ਹਾਲਾਤਾਂ ਦੇ ਵਿੱਚ ਹੋਇਆ ਜਿਵੇਂ ਕਿ ਇਸ 20 ਸਾਲ ਦੀ ਮਹਿਲਾ ਦੇ ਨਾਲ ਈਸੇਵਾਲ ਦੇ ਵਿੱਚ ਹੋਇਆ। ਇਸੀ ਗੈਂਗ ਨੇ ਉਹੀ ਕੁਝ ਉਹਨਾਂ ਲੜਕੀਆਂ ਨਾਲ ਕੀਤਾ, ਉਵੇਂ ਹੀ ਉਹਨਾਂ ਦੀ ਵੀਡੀਓ ਫਿਲਮਿੰਗ ਕੀਤੀ, ਉਹਨਾਂ ਦੀ ਤਸਵੀਰਾਂ ਬਣਾਈਆਂ, ਉਹਨਾਂ ਦੀਆਂ ਫੋਟੋਆਂ ਖਿੱਚੀਆਂ, ਉਵੇਂ ਹੀ ਸ਼ਾਇਦ ਉਹਨਾਂ ਨੂੰ ਬਲੈਕਮੇਲ ਵੀ ਕਰਦੇ ਹੋਣਗੇ, ਲੇਕਿਨ ਉਹ ਮਹਿਲਾਵਾਂ ਅੱਗੇ ਨਹੀਂ ਆਈਆਂ। ਜਦੋਂ ਹਾਈ ਕੋਰਟ ਇੱਕ ਮੇਨ ਅਕਿਊਜ਼ ਨੂੰ, ਜਗਰੂਪ ਸਿੰਘ ਨੂੰ, ਇਸ ਮਾਮਲੇ ਵਿੱਚ ਬੇਲ ਦੇ ਦਿੰਦਾ ਹੈ ਕਿ ਉਹ 6 ਲੜਕੀਆਂ ਜਾਂ 7 ਲੜਕੀਆਂ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋਇਆ ਤੇ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਨਹੀਂ ਕੀਤੀ, ਤੇ ਜੇ ਪੁਲਿਸ ਉਹਨਾਂ ਕੋਲ ਉਹਨਾਂ ਦੀ ਤਸਵੀਰਾਂ ਜਾਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ, ਨਿਸ਼ਾਨਦੇਹੀ ਕਰਕੇ ਉਹਨਾਂ ਦੇ ਘਰਾਂ ਵਿੱਚ ਵੀ ਪਹੁੰਚ ਗਈ, ਤਾਂ ਵੀ ਉਹਨਾਂ ਨੇ ਪੁਲਿਸ ਦੇ ਸਾਹਮਣੇ ਆਪਣੀਆਂ ਸ਼ਿਕਾਇਤਾਂ ਦਰਜ ਨਹੀਂ ਕਰਾਈਆਂ ਕਿ ਅੱਜ ਉਹਨਾਂ ਲੜਕੀਆਂ ਨੂੰ ਠੀਕ ਨਾ ਮੰਨਿਆ ਜਾਵੇ। ਕਿਉਂਕਿ ਉਹ ਇਹ ਮਹਿਸੂਸ ਕਰਦੀਆਂ ਨੇ ਵੀ ਜੇ ਹਾਈ ਕੋਰਟ ਤੇ ਅਦਾਲਤਾਂ ਨੇ, ਉਤਲੀਆਂ ਅਦਾਲਤਾਂ ਨੇ ਜਿਨ੍ਹਾਂ ਨੂੰ ਇਸ ਕ੍ਰਿਮੀਨਲ ਅਮੈਂਡਮੈਂਟ ਐਕਟ ਜਾਂ 2018 ਦੇ ਵਿੱਚ ਕਾਨੂੰਨ ਦੇ ਵਿੱਚ ਇੰਨੇ ਸਖਤ ਬਦਲਾਅ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ, ਜੇ ਉਹੀ ਅਕਿਊਜ਼ ਨੂੰ ਛੱਡੀ ਜਾ ਰਹੇ ਨੇ ਤਾਂ ਫਿਰ ਕਿਸ ਇਨਸਾਫ ਦੀ ਭਾਲ ਅਸੀਂ ਕਰਦੇ ਹਾਂ? ਤਾਂ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਉਸ ਹੈਦਰਾਬਾਦ ਦੇ ਕਮਿਸ਼ਨਰ ਨੂੰ ਅਸੀਂ ਕਿਉਂ ਪੰਡੀਏ ਜਿਸਨੇ ਕਿ ਸ਼ਰੇਆਮ ਇਸ ਕਿਸਮ ਦੇ ਜਿਹੜੇ ਬਲਾਤਕਾਰ ਤੇ ਜਬਰ ਜਨਾਹ ਦੇ ਦੋਸ਼ੀ ਮੰਨੇ ਜਾਂਦੇ ਜਾਂ ਮੁਲਜ਼ਮ ਉਸ ਵਕਤ ਤੱਕ ਸਨ, ਉਹਨਾਂ ਦਾ ਐਨਕਾਊਂਟਰ ਕਰਤਾ, ਉਹਨਾਂ ਨੂੰ ਮਾਰ ਮੁਕਾਇਆ। ਬਹੁਤ ਕੁਝ ਸੋਚਣ ਨੂੰ ਹੈ, ਬਹੁਤ ਕੁਝ ਸਮਝਣ ਨੂੰ ਹੈ, ਲੇਕਿਨ ਸਾਡੀ ਨਿਆਂਪਾਲਿਕਾ ਤੇ ਉਤਲੀ ਨਿਆਂਪਾਲਿਕਾ ਦੇ ਉੱਤੇ ਇਹ ਵਾਲਾ ਕੇਸ ਇੱਕ ਕਾਲੇ ਧੱਬੇ ਵਾਂਗ ਹੈ। ਜੇ ਮੈਂ ਆਪਣੀ ਜ਼ਰੂਰਤ ਤੋਂ ਜ਼ਿਆਦਾ ਬੋਲ ਗਿਆ ਹੋਵਾਂ ਜਾਂ ਕਿਸੇ ਤਰੀਕੇ ਨਾਲ ਮੈਂ ਅਦਾਲਤ ਦੀ ਅਵਮਾਨਨਾ ਕਰਤੀ ਹੋਵੇ ਤਾਂ ਮੈਂ ਖਿਮਾ ਦਾ ਯਾਚਕ ਹੋ ਸਕਦਾ ਹਾਂ, ਲੇਕਿਨ ਜੋ ਫੈਕਟਸ ਹੈਗੇ ਨੇ, ਜੋ ਰਿਕਾਰਡ ਦੇ ਉੱਤੇ ਚੀਜ਼ਾਂ ਹੈਗੀਆਂ ਨੇ, ਉਹ ਸਥਾਪਿਤ ਤੇ ਸਾਬਤ ਕਰਦੇ ਨੇ ਵੀ ਸਾਡੀਆਂ ਉਤਲੀਆਂ ਅਦਾਲਤਾਂ ਸਿਰਫ ਕਾਗਜ਼ਾਂ ਦੇ ਵਿੱਚ ਤੇ ਬਣਨ ਵਾਲੇ ਲੰਬੇ ਵੋਲਿਊਮਿਨਸ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ ਹੀ ਮਹਿਲਾਵਾਂ ਦੇ ਖਿਲਾਫ ਹੋ ਰਹੇ ਅਪਰਾਧਾਂ ਨੂੰ ਰੋਕਣ ਦੀ ਗੱਲ ਕਰਦੀਆਂ ਨੇ। ਉਹਨਾਂ ਦੇ ਮਨਾਂ ਦੇ ਵਿੱਚ ਵਾਸਤਵਿਕਤਾ ਤੇ ਇਸ ਪੂਰੀ ਸਮਾਜ ਦੀ ਕੁਰੀਤੀ ਉੱਤੇ ਠੱਲ ਪਾਉਣ ਦੇ ਨਜ਼ਰੀਏ ਨਾਲ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦੇਣ ਦਾ ਕਨਸੈਪਟ ਅਜੇ ਤੱਕ ਨਹੀਂ ਆਇਆ ਹੈ। ਤੇ ਫਿਰ ਕਿ ਬੇਸ਼ੱਕ ਅਸੀਂ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਵੱਲੋਂ ਕੀਤੇ ਗਏ ਉਸ ਮੁਕਾਬਲੇ ਨੂੰ ਤਾਲਿਬਾਨੀ ਕਹਿ ਲਈਏ, ਫਿਰ ਕਿਤੇ ਨਾ ਕਿਤੇ ਉਸੇ ਤਾਲਿਬਾਨੀ ਵਤੀਰੇ ਨੂੰ ਕਿਉਂ ਠੀਕ ਨਾ ਮੰਨਿਆ ਜਾਵੇ ਜੋ ਘੱਟੋ ਘੱਟ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਪੱਖੋਂ ਦੇਰ ਤਾਂ ਨਹੀਂ ਕਰਦਾ। ਇਸ ਵੀਡੀਓ ਦੇ ਵਿੱਚ ਇੰਨਾ ਹੀ ਵਿਰਾਮ ਦਿੰਦੇ ਇਸ ਨੂੰ, ਤੇ ਉਮੀਦ ਕਰਾਂਗੇ ਇਹ ਜਿਹੜੀ ਸਾਡੀ ਵੀਡੀਓ ਦੇ ਮਾਧਿਅਮ ਨਾਲ ਇਸ ਰਿਪੋਰਟ, ਇਸ ਪਾਰਟਿਕੂਲਰ ਕੇਸ ਜਾਂ ਇਹ ਚਰਚਾ ਜਿਹੜੀ ਕ੍ਰਿਮੀਨਲ ਅਮੈਂਡਮੈਂਟ ਲਾਅ ਐਕਟ ਦੇ ਉੱਤੇ ਹੋਈ ਹੈ, ਉਹ ਤੁਹਾਡੇ ਵਿੱਚ ਕੁਝ ਨਵੀਂ ਸੋਚ ਨੂੰ ਪੈਦਾ ਕਰ ਸਕੇਗੀ। ਮਾਯੂਸੀ ਤੇ ਹਤਾਸ਼ਾ ਜ਼ਰੂਰ ਹੈ, ਲੇਕਿਨ ਨਵੀਂ ਥਾਟ ਦਾ ਉੱਭਰਨਾ, ਨਵੇਂ ਸੋਚ ਦਾ ਉੱਭਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਨਵੀਂ ਸੋਚ ਪੈਦਾ ਕਰਨ ਲਈ ਤੱਥਾਂ ਨੂੰ ਤੇ ਘਟਨਾਵਾਂ ਨੂੰ ਕਿਤੇ ਨਾ ਕਿਤੇ ਉਸ ਜੂਰਿਸਪ੍ਰੂਡੈਂਸ ਦੇ ਕਨਸੈਪਟ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਸਾਡੇ ਸਮਾਜ ਦੇ ਵਿੱਚ ਇੱਕ ਲੜੀ ਦੇ ਰੂਪ ਵਿੱਚ ਜੇ ਆਪਾਂ ਸਾਰੀ ਚੀਜ਼ਾਂ ਨੂੰ ਵੇਖਦੇ ਹਾਂ, ਲਾਰਜਰ ਟ੍ਰੈਂਡ ਨਿਕਲ ਕੇ ਸਾਹਮਣੇ ਆਉਂਦੇ ਹੈ। ਉਹੀ ਕੋਸ਼ਿਸ਼ ਇਸ ਵੀਡੀਓ ਦੀ ਰਿਤੇਸ਼ ਲੱਖੀ ਅਨਪਲੱਗ ਦੇ ਨਾਲ ਜੁਟੇ ਰਹੋ, ਹੋਰ ਰਿਪੋਰਟਸ ਲੈ ਕੇ ਹਾਜ਼ਰ ਹੁੰਦਾ ਰਹਾਂਗਾ। ਬਹੁਤ ਬਹੁਤ ਧੰਨਵਾਦ।